जियो पाए तन साजिया रखिया बनत बनाए। जियो पाए का मतलब जिंद पा के, जिंद पैदा करके। तन साजिया का मतलब शरीर बनाया है। बनत का मतलब हुंदा घाड़त, बनाए का मतलब घड़ना। कि शरीर विच जिंद पा के मनुख का शरीर बनया ते क्या सोहनी घाड़त घड़ के रखी है। यानी करतार ने, रचनहार ने रब्बी नियमां दे अंदर जिंद पा के शरीर साजिया है ते इहदी बहुत सोहनी बनतर बनाई है, जिस दे नाल शरीर की करदा है, अखी देखै। इनू अखी नहीं पढ़ना, अखी, अखां नाल। अखी देखै, जिहवा बोलै, कन्नी सुरत। अखी का मतलब अखा दे नाल, कन्नी का मतलब कन्ना दे नाल, ते सुरत का मतलब इत्थे हैगा सुनन दी सत्या। समाए का मतलब टिकी हुई है। ये शरीर अखां दे नाल वेखदा है, जबान दे नाल बोलदा है, और कन्ना दे अंदर सुनन दी सत्या मौजूद है, सुनन दी शक्ति मौजूद है। पैरी चलै हथी करना, दिता पैन खाए। ये हथी नहीं पढ़ना, इनू हथी, हत्थां दे नाल। पैरी चलै, पैरां दे नाल ही शरीर चलदा है। हथी करना, हत्थां दे नाल ही काम कार करदा है। दिता पैन खाए, ते प्रभु का दिता होया जो इस कुदरत चों पैदा हुंदा है, ਉਹਨੂੰ ਇਹ ਪਹਿਨਦਾ ਔਰ ਖਾਂਦਾ ਹੈ। यानी संसारिक वस्तुआं पदार्थां ਨੂੰ ਮਾਣਦਾ ਹੈ, ਭੋਗਦਾ ਹੈ। ਇਥੋਂ ਤੱਕ ਤਾਂ ਠੀਕ ਹੈ, ਲੇਕਿਨ ਜ਼ਿੰਦਗੀ ਵਿੱਚ ਪ੍ਰੋਬਲਮ ਕਿੱਥੋਂ ਕ੍ਰੀਏਟ ਹੋ ਜਾਂਦੀ ਹੈ। ਜਿਨ ਰਚ ਰਚਿਆ ਤਿਸਹਿ ਨਾ ਜਾਣੈ, ਅੰਧਾ ਅੰਧ ਕਮਾਏ। ਇੱਥੇ ਜਿਨ ਦਾ ਮਤਲਬ ਹੈ ਜਿਸ ਨੇ, ਰਚ ਦਾ ਮਤਲਬ ਰਚ ਕੇ, ਰਚਿਆ ਦਾ ਮਤਲਬ ਬਣਾਇਆ, अंध का मतलब है अन्नियां वाला काम। अंधा का मतलब अन्ना, ते अंध का मतलब अन्नियां वाला काम। कमाए का मतलब करता है। पर जिस प्रभु ने शरीर नूं बनाया सवारिया है, ਉਹਨੂੰ नहीं ये पछाणदा, तिसै ना जाने, ਉਹਨੂੰ पछाणदा नहीं, ਉਹਦੇ ਨਾਲ ਸਾਂਝ नहीं है। अज्ञानी मनुख आत्मक जीवन वालों बेसमझ, अन्ना का मतलब आत्मक जीवन की सूझ तो सखना, माड़े काम करता है, अज्ञानता वाले काम करता। चाहिदा ते ਇਹ ਸੀ ਜੋ ਅਸੀਂ 6 ਗੱਲਾਂ ਆਮ ਕਰਦੇ ਆ ਨਾ। ਚਾਹੀਦਾ ਤੇ ਇਹ ਸੀ ਕਿ ਅੱਖਾਂ ਦਿੱਤੀਆਂ ਰੱਬ ਨੇ, ਤੇ ਅੱਖਾਂ ਦੇ ਨਾਲ ਦੁਨੀਆ ਨੂੰ ਪਿਆਰ ਨਾਲ ਵੇਖਦਾ, ਹਰ ਇੱਕ ਵਿੱਚ ਰੱਬ ਦੀ ਜੋਤ ਨੂੰ ਤੱਕਦਾ, ਜਾਤੀਵਾਦ ਮੇਰ ਤੇਰ ਨੂੰ ਨਾ ਤੱਕਦਾ। ਚਾਹੀਦਾ ਤੇ ਇਹ ਸੀ ਕਿ ਜ਼ਬਾਨ ਦੇ ਨਾਲ ਸੱਚ ਬੋਲਦਾ, ਪਿਆਰੇ ਬੋਲ ਬੋਲਦਾ, ਕੰਨਾਂ ਦੇ ਨਾਲ ਸੱਚ ਸੁਣਦਾ, ਹੱਥਾਂ ਦੇ ਨਾਲ ਚੰਗੇ ਕਰਮ ਕਰਦਾ, ਦਸਾਂ ਨਵਾਂ ਦੀ ਧਰਮ ਦੀ ਕਿਰਤ, ਪੈਰਾਂ ਦੇ ਨਾਲ ਚੰਗੇ ਰਾਹਾਂ ਤੇ ਜਾਂਦਾ, मन करके सच्चा सोचता। पर ऐसा इन्हें कीता नहीं। जिसने ਇਹਦੇ शरीर की रचना रची, ਉਹਦੇ ਨਾਲ ਇਹਨੇ ਸਾਂਝ ਹੀ नहीं पाई, रब्बी गुणां दे नाल ਸਾਂਝ नहीं पाई। ਇਹ आत्मक जीवन वालों बेसमझ मनुख बेसमझां वाले काम ही करता रहा। अपने ना ज्ञान इंद्रियां नूं, शरीर नूं ਇਹਨੇ मिसयूज किया। ਜਾਂ ਭੱਜੈ, ਇਹਨੂੰ ਜਾ ਨਹੀਂ ਪੜਨਾ, ਜਾਂ ਭੱਜੈ ਤੇ ਭਜੈ ਨਹੀਂ ਪੜਨਾ। ਭਜੈ ਦਾ ਮਤਲਬ ਬੋਲਣਾ ਹੋ ਜਾਏਗਾ, ਜਪਣਾ ਹੋ ਜਾਏਗਾ। ਭੱਜੈ, ਜਾਂ ਭੱਜੈ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਜਦੋਂ ਇਹ ਸਰੀਰ ਰੂਪੀ ਭਾਂਡਾ ਟੁੱਟ ਜਾਂਦਾ ਹੈ, ਠੀਕਰੀ ਹੋ ਜਾਂਦਾ ਹੈ, ਤਾਂ ਫਿਰ ਇਹਦੀ ਘਾੜਤ ਨਹੀਂ ਘੜੀ ਜਾਂਦੀ। ਜਿਵੇਂ ਇੱਕ ਮਿੱਟੀ ਦਾ ਘੜਾ ਹੋਏ, ਤੇ ਮਿੱਟੀ ਦਾ ਘੜਾ ਜਿਹੜਾ ਹੈ ਆਵੀ ਵਿੱਚ ਪੱਕਿਆ ਹੋਏ ਤੇ ਉਹ ਡਿੱਗ ਕੇ ਟੁੱਟ ਜਾਏ, ਤੇ ਉਹਦੀਆਂ ਠੀਕਰੀਆਂ ਚਾਰ ਚਫੇਰੇ ਖਿੱਲਰ ਜਾਣ, ਤਾਂ ਉਹ ਠੀਕਰੀਆਂ ਨੂੰ ਇਕੱਠਿਆਂ ਕਰਕੇ ਹੁਣ ਉਹ ਘੜਾ ਨਹੀਂ ਬਣ ਸਕਦਾ, ਦੁਬਾਰਾ ਉਹ ਘੜਾ ਨਹੀਂ ਬਣ ਪਾਏਗਾ। ਇਸੇ ਤਰ੍ਹਾਂ ਇਹ ਸਰੀਰ ਇੱਕ ਵਾਰ ਮਰ ਜਾਏ ਤਾਂ ਫਿਰ ਮਰ ਗਿਆ, ਮੁੜ ਕੇ ਸਰੀਰ ਨੂੰ ਜਿੰਦਾ ਨਹੀਂ ਨਾ ਕੀਤਾ ਜਾ ਸਕਦਾ। ਸਰੀਰ ਤੇ ਬੁਢੇਪਾ ਆ ਗਿਆ, ਮੁੜ ਕੇ ਇਹਨੂੰ ਜਵਾਨ ਨਹੀਂ ਨਾ ਕੀਤਾ ਜਾ ਸਕਦਾ। ਫਿਰ ਇਹਦੀ ਘਾੜਤ ਜਿਹੜੀ ਦੁਬਾਰਾ ਘੜੀ ਨਹੀਂ ਜਾ ਸਕਦੀ। ਤਾਂ ਗੁਰੂ ਜੀ ਕਹਿੰਦੇ ਨੇ, ਨਾਨਕ ਗੁਰ ਬਿਨ ਨਾਹਿ ਪਤ, ਪਤ ਬਿਨ ਪਾਰ ਨਾ ਪਾਏ।
ਪਤ ਸ਼ਬਦ ਦੇ ਵੈਸੇ ਕਈ ਸਾਰੇ ਅਰਥ ਜਿਹੜੇ ਨੇ ਸਾਨੂੰ ਕੋਸ਼ ਦੇ ਵਿੱਚ ਮਿਲ ਜਾਂਦੇ ਨੇ। ਜਿਵੇਂ ਅਸੀਂ ਦੇਖਦੇ ਹਾਂ ਪਤ ਸ਼ਬਦ ਦੇ ਜੋ ਅਰਥ ਨੇ, ਸੰਗਿਆ ਹੈ ਪਤ, ਇਹਦਾ ਮਤਲਬ ਪ੍ਰਤਿਸ਼ਠਾ, ਮਾਨ, ਇੱਜ਼ਤ। ਪਤ ਸੇਤੀ ਆਪਣੇ ਘਰ ਜਾਹੋ। ਤੇ ਦੂਜਾ ਅਰਥ ਇਹਦਾ ਹੈ ਪੰਕਤੀ, ਪਾਂਤ, ਖਾਨਦਾਨ, ਕੁਲ, ਗੋਤਰ, ਜਿਵੇਂ ਨਾਮੇ ਹੀ ਜਤ ਪਤ। ਤੀਜਾ ਹੈ ਸੰਪਤੀ, ਸੰਪਦਾ, ਜਾਤ ਨਾ ਪਤ ਨੂੰ ਆਦਰੋ। ਇੱਥੇ ਪਤ ਦਾ ਮਤਲਬ ਹੈ ਸੰਪਤੀ। ਤੇ ਚੌਥਾ ਹੈ ਪਤ ਲਈ ਸ਼ਬਦ ਜਿਹੜਾ ਹੈ ਵਰਤਿਆ ਹੈ। ਇਸ ਪਤ ਸ਼ਬਦ ਨੂੰ ਕਈ ਰੂਪਾਂ ਦੇ ਵਿੱਚ ਵਰਤਿਆ ਗਿਆ ਹੈ, ਜਿਵੇਂ ਮਾਨ, ਪ੍ਰਤਿਸ਼ਠਾ। ਦੂਜਾ ਹੈ ਪਤੀ ਦੀਆਂ ਜਾਂ ਪਤੀ ਨੂੰ ਮਿਲਣ ਲਈ ਇਹ ਏਤ ਰਾਹ ਪਤ ਪਵੜੀਆਂ ਚੜੀਏ ਹੋਏ 21। ਇੱਥੇ ਪਤ ਦਾ ਮਤਲਬ ਪਤੀ। ਤੇ ਤੀਜਾ ਹੈ ਅਰਥ ਇਹਦਾ ਖਾਨਦਾਨ, ਜਿਵੇਂ ਖੋਟੇ ਜਾਤ ਨਾ ਪਤ ਹੈ। ਤੇ ਚੌਥਾ ਅਰਥ ਪਤ ਦਾ ਮਤਲਬ ਸੁਆਮੀ ਵੀ ਹੈ, ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ, ਜਾਂ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਸੁਆਮੀ। ਤੇ ਪੰਜਵਾਂ ਪਤ ਦਾ ਅਰਥ ਹੈ ਰਸੂਖ। ਇਹਦਾ ਅਰਥ ਸ਼ਬਦਾਰਥ ਨੇ ਕੀਤਾ, ਬਾਕੀ ਸਾਰੇ ਟੀਕਾਕਾਰ ਇੱਜ਼ਤ ਕਰਦੇ ਨੇ। ਮਨ ਕਰਹਲਾ ਮੇਰੇ ਸਾਜਨਾ, ਹਰ ਖਰਚ ਲਿਆ ਪਤ ਪਾਏ, ਰਸੂਖ। ਛੇਵਾਂ ਹੈ ਸ਼ਾਖ, ਇਤਬਾਰ, ਨਾਏ ਮੰਨੇ ਪਤ ਉਪਜੈ, ਕਿ ਇਤਬਾਰ ਬਣ ਜਾਂਦਾ ਹੈ। ਸਤਵਾਂ ਅਰਥ ਹੈ ਪ੍ਰਤੀਤੀ, ਪਤਵਿਣ ਪੂਜਾ, ਸਤਵਿਣ ਸੰਜਮ, ਜਤਵਿਣ ਕਾਹੇ ਜਨੇਊ। ਇੱਥੇ ਵਿਸ਼ਵਾਸ। ਤਾਂ ਜੋ ਅਸੀਂ ਸ਼ਬਦ ਪੜ੍ਹ ਰਹੇ ਹਾਂ, ਇਸ ਦਾ ਮੀਨਿੰਗ ਹੈ ਪਤ, ਨਾਨਕ ਗੁਰ ਬਿਨ ਨਾਹਿ ਪਤ, ਕਿ ਗੁਰੂ ਤੋਂ ਬਿਨਾਂ ਪ੍ਰਭੂ ਦੇ ਉੱਤੇ ਵਿਸ਼ਵਾਸ ਨਹੀਂ ਬਣਦਾ, ਪ੍ਰਭੂ ਦੇ ਨਾਲ ਸਾਂਝ ਨਹੀਂ ਪੈਂਦੀ, ਰੱਬੀ ਗੁਣਾਂ ਦੇ ਉੱਤੇ ਵਿਸ਼ਵਾਸ ਨਹੀਂ ਬਣਦਾ, ਜਾਂ ਗਿਆਨ ਨਹੀਂ ਹੁੰਦਾ। ਨਾਨਕ ਗੁਰ ਬਿਨ ਨਾਹਿ ਪਤ, ਪਤ ਦਾ ਮਤਲਬ ਗਿਆਨ ਵੀ ਹੈ। ਤਾਂ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਸਮਝ ਨਹੀਂ ਹੁੰਦੀ, ਵਿਸ਼ਵਾਸ ਨਹੀਂ ਬਣਦਾ। ਪਤਵਿਣ ਪਾਰ ਨਾ ਪਾਏ, ਤੇ ਜਦੋਂ ਤੱਕ ਵਿਸ਼ਵਾਸ ਨਹੀਂ ਰੱਬੀ ਗੁਣਾ ਤੇ ਉਹਨੂੰ ਅਸੀਂ ਅਮਲ ਵਿੱਚ ਨਹੀਂ ਲਿਆਉਂਦੇ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਤਾਂ ਵਿਕਾਰਾਂ ਤੋਂ ਪਾਰ ਨਹੀਂ ਪਾਇਆ ਜਾ ਸਕਦਾ। ਨਾਨਕ ਗੁਰ ਬਿਨ ਨਾਹਿ ਪਤ, ਪਤਵਿਣ ਪਾਰ ਨਾ ਪਾਏ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗੁਰੂ ਤੋਂ ਬਿਨਾਂ ਵਿਸ਼ਵਾਸ ਨਹੀਂ ਬਣਦਾ, ਔਰ ਗਿਆਨ ਤੋਂ ਬਿਨਾਂ, ਵਿਸ਼ਵਾਸ ਤੋਂ ਬਿਨਾਂ ਇਨਸਾਨ ਦਾ ਪਾਰ ਉਤਾਰਾ ਨਹੀਂ ਹੁੰਦਾ। ਅਗਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਦਾ ਹੈ। ਦੇਂਦੇ ਥਾਵਹੁ ਦਿੱਤਾ ਚੰਗਾ, ਮਨਮੁਖ ਐਸਾ ਜਾਣੀਏ। ਹੁਣ ਮਨਮੁਖਤਾ ਦੀ ਨਿਸ਼ਾਨੀ ਦੱਸਦੇ ਨੇ ਕਿ ਮਨਮੁਖ ਅਸੀਂ ਕਿਹਨੂੰ ਕਹਿ ਸਕਦੇ ਹਾਂ, ਮਨਮੁਖ ਦੇ ਲੱਛਣ ਕੀ ਨੇ। ਮਨਮੁਖ ਦੇ ਲੱਛਣ ਇਹ ਨੇ, ਦੇਂਦੇ ਥਾਵੋਂ। ਦੇਂਦੇ ਥਾਵੋਂ ਦਾ ਮਤਲਬ ਦੇਣ ਵਾਲੇ ਨਾਲੋਂ। ਜਿਵੇਂ ਕੋਈ ਚੀਜ਼ ਦੇਵੇ, ਸਾਨੂੰ ਕੋਈ ਗਿਫਟ ਦੇਵੇ, ਸਾਨੂੰ ਕੋਈ ਅਮਦਾਦ ਦੇਵੇ, ਕੋਈ ਵਸਤੂ ਦੇ, ਦੇਣ ਵਾਲਾ। ਦਿੱਤਾ ਚੰਗਾ, ਦਿੱਤਾ ਦਾ ਮਤਲਬ ਜਿਹੜੀ ਚੀਜ਼ ਉਸਨੇ ਦਿੱਤੀ ਹੈ। ਮੰਨ ਲਓ ਕਿਸੇ ਨੇ ਤੁਹਾਨੂੰ ਫੋਨ ਗਿਫਟ ਕੀਤਾ, ਤਾਂ ਇੱਕ ਤਾਂ ਗਿਫਟ ਕਰਨ ਵਾਲਾ ਹੋ ਗਿਆ, ਤੇ ਇੱਕ ਉਹ ਚੀਜ਼ ਹੋ ਗਈ ਜਿਹੜੀ ਉਹਨੇ ਗਿਫਟ ਕੀਤੀ ਹੈ, ਜੋ ਉਹਨੇ ਦਿੱਤਾ ਹੈ। ਫੋਨ ਦਿੱਤਾ ਹੈ ਤਾਂ ਫੋਨ ਦਿੱਤਾ ਹੋ ਗਿਆ। ਤਾਂ ਗੁਰੂ ਜੀ ਕਹਿੰਦੇ ਨੇ ਮਨਮੁਖਤਾ ਦੀ ਨਿਸ਼ਾਨੀ ਇਹ ਹੈ ਕਿ ਦੇਣ ਵਾਲੇ ਨਾਲੋਂ ਦਾਤ ਨੂੰ ਚੰਗੀ ਸਮਝਦਾ ਹੈ। ਜਿਹੜੀ ਚੀਜ਼ ਉਹਨੇ ਦਿੱਤੀ ਹੈ ਉਹਦੇ ਨਾਲ ਪਿਆਰ ਬਣਾ ਲੈਂਦਾ, ਤੇ ਦੇਣ ਵਾਲੇ ਨੂੰ ਚੰਗਾ ਨਹੀਂ ਸਮਝਦਾ। ਮਨਮੁਖ ਐਸਾ ਜਾਣੀਏ, ਗੁਰੂ ਜੀ ਕਹਿੰਦੇ ਨੇ ਇਹ ਮਨਮੁਖ ਦੀ ਨਿਸ਼ਾਨੀ ਹੈ। ਮਨ ਦੇ ਪਿੱਛੇ ਤੁਰਨ ਵਾਲਾ ਇਹੋ ਜਿਹਾ ਹੁੰਦਾ ਹੈ, ਇਹੋ ਜਿਹੀ ਉਹਦੀ ਸਮਝ ਹੁੰਦੀ ਹੈ ਕਿ ਜਿਸ ਰੱਬ ਨੇ ਇੰਨੀਆਂ ਦਾਤਾਂ ਦਿੱਤੀਆਂ ਨੇ, ਧਰਤੀ ਹੈ, ਸੂਰਜ ਹੈ, ਚੰਦਰਮਾ, ਖੰਡ ਮੰਡਲ, ਬ੍ਰਹਿਮੰਡ, ਨਦੀਆਂ, ਨਾਲੇ, ਦਰਿਆ, ਝੀਲਾਂ, ਪਦਾਰਥ ਨੇ, ਜੀਵ ਜੰਤ ਨੇ, ਪਸ਼ੂ ਪੰਛੀ, ਮਨੁੱਖ ਮਾਤਰ, ਜਿਸ ਨੇ ਸਾਰਾ ਕੁਝ ਰਚਿਆ ਹੈ। ਇਸ ਰਚਨਾ ਨੂੰ ਤੇ ਬੰਦਾ ਚੰਗੀ ਸਮਝ ਰਿਹਾ ਹੈ, ਇਹਦੇ ਨਾਲ ਤੇ ਜੁੜਿਆ ਹੋਇਆ ਹੈ। ਪਰ ਜੋ ਰਚਨਹਾਰ ਹੈ ਉਹਦੇ ਨਾਲ ਉਹ ਟੁੱਟਾ ਹੋਇਆ ਹੈ, ਉਹਦੇ ਨਾਲ ਇਹਦਾ ਨਾਤਾ ਨਹੀਂ, ਉਹਦੀ ਰਜਾ ਵਿੱਚ ਨਹੀਂ ਤੁਰਦਾ। ਰੱਬੀ ਗੁਣਾਂ ਦਾ ਧਾਰਨੀ ਨਹੀਂ, ਜਿਵੇਂ ਸੱਚਾਈ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਪ੍ਰੇਮ ਹੈ, ਇਨਸਾਨੀਅਤ ਹੈ, ਉਹਦੇ ਗੁਣਾਂ ਦੇ ਨਾਲ ਉਹ ਟੁੱਟਾ ਹੋਇਆ ਹੈ। ਇਹ ਮਨਮੁਖਤਾ ਦੀ ਨਿਸ਼ਾਨੀ ਹੈ। ਸੁਰਤ ਮਤ ਚਤੁਰਾਈ ਤਾਕੀ, ਕਿਆ ਕਰ ਆਖ ਵਖਾਣੀ। ਸੁਰਤ ਦਾ ਮਤਲਬ ਇੱਥੇ ਹੈ ਸੂਝ, ਸਮਝ। ਮਤ ਦਾ ਮਤਲਬ ਅਕਲ। ਕਿਆ ਕਰ ਆਖ ਦਾ ਮਤਲਬ ਕਿਆ ਆਖ ਕੇ, ਕੀ ਆਖ ਕੇ, ਕਿੰਨਾ ਲਫ਼ਜ਼ਾਂ ਦੇ ਨਾਲ
ਵਿਖਾਣੀਏ ਦਾ ਮਤਲਬ ਬਿਆਨ ਕਰੀਏ। ਉਸ ਮਨੁੱਖ ਦੀ ਸੂਝ, ਅਕਲ ਤੇ ਸਿਆਣਪ ਕਿਹੜੇ ਅੱਖਰਾਂ ਦੇ ਨਾਲ ਬਿਆਨ ਕਰੀਏ, ਕਿਉਂਕਿ ਉਹਦੀ ਸਮਝ ਨੀਵੀਂ ਹੈ, ਇੰਨੀ ਨੀਵੀਂ ਸਮਝ ਹੈ ਉਹਦੀ ਕਿ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਕਿਹੜੇ ਲਫ਼ਜ਼ ਵਰਤੀ ਉਹਦੇ ਵਾਸਤੇ। ਜਿਹੜਾ ਬੰਦਾ ਗਿਫਟ ਨੂੰ ਤੇ ਚੰਗੀ ਸਮਝੇ ਔਰ ਗਿਫਟ ਦੇਣ ਵਾਲੇ ਨੂੰ ਮਾੜਾ ਸਮਝੇ, ਤਾਂ ਉਸ ਬੰਦੇ ਨੂੰ ਕਿਹੜੇ ਲਫ਼ਜ਼ਾਂ ਨਾਲ ਉਹਦੀ ਅਕਲ, ਉਹਦੀ ਸਮਝ, ਉਹਦੀ ਸੂਝ ਨੂੰ ਕਿਵੇਂ ਬਿਆਨ ਕਰੀਏ, ਇੰਨੀ ਨੀਵੀਂ ਸੋਚ। ਹੁਣ ਇਹਨਾਂ ਚੀਜ਼ਾਂ ਨੂੰ ਘਰ ਦੇ ਵਿੱਚ ਵਰਤ ਕੇ ਦੇਖੋ। ਪਹਿਲਾਂ ਤੇ ਆਪਣੇ ਆਮ ਜੀਵਨ ਵਿੱਚ ਕਿ ਜੇ ਬੰਦਾ ਰਚਨਹਾਰ ਦੇ ਗੁਣਾਂ ਦੇ ਨਾਲ ਜੁੜ ਜਾਏ, ਰੱਬੀ ਰਜ਼ਾ ਦੇ ਨਾਲ ਜੁੜ ਜਾਏ, ਤਾਂ ਜੀਵਨ ਕਿੰਨਾ ਚੰਗਾ ਹੋ ਸਕਦਾ ਹੈ। ਪਰ ਕੇਵਲ ਰਚਨਾ ਦੇ ਨਾਲ ਜੁੜ ਕੇ ਤੇ ਰਚਨਹਾਰ ਦੇ ਗੁਣਾਂ ਨੂੰ ਭੁਲਾ ਕੇ ਤੇ ਜੀਵਨ ਦੁਖਦਾਈ ਹੋ ਜਾਏਗਾ ਨਾ। ਹੁਣ ਇਹਨਾਂ ਨੂੰ ਆਪਣੇ ਘਰ ਪਰਿਵਾਰਾਂ ਦੇ ਵਿੱਚ ਵਰਤ ਕੇ ਵੇਖੋ। ਐਸੇ ਚੀਜ਼ ਨੂੰ ਮਨਮੁਖਤਾ ਘਰਾਂ ਪਰਿਵਾਰਾਂ ਵਿੱਚ ਜਾਂ ਸਾਡੇ ਜੀਵਨ ਵਿੱਚ ਕਿਵੇਂ ਹੈ। ਇੱਕ ਸੱਸ ਹੈ, ਇੱਕ ਮਾਂ ਦਾਦੀ ਆਪਣੇ ਪੁੱਤਰੀ ਪੋਤਰੇ ਨਾਲ ਬੜਾ ਪਿਆਰ ਕਰਦੀ ਹੈ, ਔਰ ਅਸੀਂ ਕਹਿੰਦੇ ਆ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਤੇ ਇਹ ਚੀਜ਼ ਨੂੰ ਅਸੀਂ ਕਰੀਬ ਸਾਰੇ ਹੀ ਸਮਝ ਸਕਦੇ ਹਾਂ, ਕਿਉਂਕਿ ਇੱਥੇ ਬਹੁਤੇ ਦਾਦੀਆਂ ਦਾਦੇ, ਨਾਨੀਆਂ ਨਾਨੇ ਸਾਡੀ ਇਸ ਕਲਾਸ ਵਿੱਚ ਹੈ ਨੇ। ਆਪਣੇ ਬੱਚਿਆਂ ਨਾਲੋਂ ਪੋਤਰੀਆਂ ਪੋਤਰੇ, ਦੋਤਰੀਆਂ ਦੋਤਰੇ ਜ਼ਿਆਦਾ ਪਿਆਰੇ ਲੱਗਦੇ ਨੇ। ਤਾਂ ਇੱਕ ਦਾਦੀ ਆਪਣੇ ਪੋਤਰੀ ਪੋਤਰੇ ਨਾਲ ਬਹੁਤ ਪਿਆਰ ਕਰਦੀ ਹੈ, ਗੋਦ ਵਿੱਚ ਲੈਂਦੀ ਹੈ, ਗਲਵੱਕੜੀ ਵਿੱਚ ਲੈਂਦੀ ਹੈ, ਪਦਾਰਥ ਦੇਣ ਨੂੰ ਦਿੰਦੀ ਹੈ, ਉਹਦਾ ਮੱਥਾ ਮੂੰਹ ਚੁੰਮਦੀ ਹੈ। ਇਹ ਉਹਦਾ ਹੱਕ ਵੀ ਹੈ, ਫਰਜ਼ ਵੀ ਹੈ। ਇੱਥੋਂ ਤੱਕ ਤੇ ਉਹ ਠੀਕ ਹੈ। ਪਰ ਜਿਸ ਨੂੰਹ ਨੇ ਪੋਤਰੀ ਪੋਤਰੇ ਨੂੰ ਪੈਦਾ ਕੀਤਾ ਹੈ, ਉਹਨੂੰ ਕਾਣੀ ਅੱਖੇ ਵੇਖ ਕੇ ਰਾਜੀ ਨਹੀਂ, ਉਹਦੇ ਨਾਲ ਨਹੀਂ ਬਣਦੀ। ਇਹਨੂੰ ਕਹਿੰਦੇ ਨੇ ਦੇਂਦੇ ਥਾਂੋਂ ਦਿੱਤਾ ਚੰਗਾ। ਜਿਸ ਨੂੰਹ ਨੇ ਜਨਮ ਦਿੱਤਾ ਹੈ ਉਹਨੂੰ ਚੰਗਾ ਨਹੀਂ ਸਮਝਦੀ, ਪਰ ਪੋਤਰੀ ਪੋਤਰੀ ਨਾਲ ਪਿਆਰ ਹੈ। ਦੂਜੇ ਪਾਸੇ ਕੋਈ ਔਰਤ ਆਪਣੇ ਪਤੀ ਨਾਲ ਬੜਾ ਪਿਆਰ ਕਰਦੀ ਹੈ, ਪਤੀ ਨਾਲ ਹੋਟਲਾਂ ਤੇ ਰੋਟੀ ਖਾਣ ਜਾਣਾ ਚਾਹੁੰਦੀ ਹੈ, ਪਿਕਚਰਾਂ ਵੇਖਣਾ ਚਾਹੁੰਦੀ ਹੈ, ਘੁੰਮਣ ਜਾਣਾ ਚਾਹੁੰਦੀ ਹੈ। ਇਹ ਉਹਦਾ ਹੱਕ ਵੀ ਹੈ, ਉਹਦਾ ਫਰਜ਼ ਵੀ ਹੈ। ਪਤੀ ਨਾਲ ਪਿਆਰ ਹੈ। ਪਰ ਜਿਸ ਸੱਸ ਨੇ ਪਤੀ ਨੂੰ ਜਨਮ ਦਿੱਤਾ ਹੈ, ਉਹਨੂੰ ਕਹਿੰਦੀ ਹੈ ਬਿਰਧ ਆਸ਼ਰਮ ਛੱਡ, ਇਹਨਾਂ ਦੇ ਨਾਲ ਨਹੀਂ ਰਹਿਣਾ, ਇਹਨਾਂ ਨਾਲ ਨਹੀਂ ਰਹਿਣਾ, ਇਹ ਮਾਈਕ ਲੈਣੀ ਹੈ। ਬਿਲਕੁਲ ਇਹਨੂੰ ਕਹਿੰਦੇ ਨੇ ਮਨਮੁਖਤਾ। ਵੀ ਜਿਹੜਾ ਚੀਜ਼ ਦੇਣ ਵਾਲਾ ਹੈ ਨਾ, ਉਹਨੂੰ ਮਾੜਾ ਸਮਝਣਾ ਤੇ ਦਿੱਤੀ ਹੋਈ ਚੀਜ਼ ਨੂੰ ਚੰਗਾ ਸਮਝਣਾ। ਹੁਣ ਇਹੋ ਜਿਹੇ ਇਨਸਾਨ ਦੀ ਸੁਰਤ ਮਤ ਚਤੁਰਾਈ ਨੂੰ ਕੀ ਕਹੋਗੇ? ਕੀ ਇਹੋ ਜਿਹਾ ਵਰਤਾਰਾ ਕਰਨ ਵਾਲੀ ਕਿਸੇ ਮਾਂ ਨੂੰ, ਸੱਸ ਨੂੰ ਚੰਗਾ ਕਿਹਾ ਜਾ ਸਕਦਾ ਹੈ? ਕੀ ਇਹੋ ਜਿਹੀ ਕਿਸੇ ਨੂੰਹ ਨੂੰ ਚੰਗਾ ਕਿਹਾ ਜਾ ਸਕਦਾ ਹੈ? ਇਹੋ ਹੀ ਗਲਤੀਆਂ ਪੁੱਤਰਾਂ ਤੇ ਬਾਕੀ ਸੱਜਣਾ ਮਿੱਤਰਾਂ ਦੇ ਉੱਤੇ ਲਾਗੂ ਹੁੰਦੀ ਹੈ, ਨਾਨਕੇ ਆਦਿਕਿਆਂ ਤੇ ਯਾਰਾਂ ਦੋਸਤਾਂ ਤੇ ਵੀ। ਤਾਂ ਗੁਰੂ ਜੀ ਕਹਿੰਦੇ ਨੇ ਇਹੋ ਜਿਹੇ ਮਨੁੱਖ ਦੀ ਸੋਚ ਨੀਵੀਂ ਹੈ, ਉਹਨੂੰ ਕਿਹੜੇ ਅੱਖਰਾਂ ਦੇ ਨਾਲ ਬਿਆਨ ਕਰੋਗੇ? ਆਪਣੀ ਇਸ ਘਟੀਆ ਸੋਚ ਨੂੰ ਬਦਲੋ। ਗੁਰੂ ਪਾਤਸ਼ਾਹ ਜੀ ਇੱਥੇ ਸਾਨੂੰ ਸਮਝਾ ਰਹੇ ਨੇ। ਅੰਤਰ ਬਹਿ ਕੇ ਕਰਮ ਕਮਾਵੇ, ਸੋਚ ਹੋ ਕੁੰਡੀ ਜਾਣੀਏ। ਇਹਨੂੰ ਕੁੰਡੀ ਨਹੀਂ ਪੜਨਾ, ਡੱਡੇ ਨਾਲ ਬਿੰਦੀ ਲਾਣੀ ਹੈ। ਕੁੰਡੀ ਬਹੁਵਚਨੀ ਸ਼ਬਦ। ਚੌਹ ਕੁੰਡੀ ਦਾ ਮਤਲਬ ਚਾਰਾਂ ਕੁੰਡਾਂ, ਚੌਹਾਂ ਪਾਸਿਆਂ ਵਿੱਚ, ਹਰ ਥਾਂ ਤੇ। ਅੰਤਰ ਬਹਿ ਕੇ, ਅੰਦਰ ਬਹਿ ਕੇ ਦਾ ਮਤਲਬ ਲੁਕ ਛਿਪ ਕੇ ਕਰਮ ਕਮਾਵੇ। ਜਿਹੜਾ ਮਨਮੁਖ ਹੈ ਉਹ ਆਪਣੇ ਵੱਲੋਂ ਲੁਕ ਕੇ ਮੰਦੇ ਕਰਮ ਕਰਦਾ ਹੈ, ਮੁਖਤਾ ਲੁਕ ਛਿਪ ਕੇ ਕਰਦਾ ਹੈ। ਪਰ ਗੁਰੂ ਜੀ ਕਹਿੰਦੇ ਨੇ ਸੋਚ ਉਹ ਕੁੰਡੀ ਜਾਣੀਏ। ਉਹ ਜਿਹੜੇ ਮਾੜੇ ਕਰਮ ਨੇ ਚਾਰਾਂ ਚਫੇਰੇ ਜਾਣੇ ਜਾਂਦੇ ਨੇ, ਉਹ ਪ੍ਰਗਟ ਹੋ ਜਾਂਦੇ ਨੇ। ਹੁਣ ਇਸ ਦੁਨੀਆ ਦੇ ਅੰਦਰ ਕਿਵੇਂ ਮਾੜੇ ਕਰਮ ਕਰਕੇ ਛੁਪਾ ਲਓਗੇ? ਨਹੀਂ ਨਾ ਛਿਪਦੇ। ਇੱਥੇ ਚਾਰ ਚਫੇਰੇ ਦੇਖੋ। ਹੁਣ ਮਾੜੇ ਕਰਮ ਛਿਪ ਨਹੀਂ ਰਹੇ, ਸਾਨੂੰ ਲੋਕ ਲਾਣੇ ਪੈ ਰਹੇ ਨੇ ਘਰਾਂ ਨੂੰ, ਸਿਕਿਉਰਿਟੀ ਕੈਮਰੇ, ਸਿਕਿਉਰਿਟੀ ਅਲਾਰਮ ਲਗਾਉਣੇ ਪੈ ਰਹੇ ਨੇ। ਕਿਉਂ? ਕਿਉਂਕਿ ਬੰਦਾ ਕਰਮ ਮਾੜੇ ਕਰ ਰਿਹਾ, ਛਿਪ ਨਹੀਂ ਨਾ ਰਹੇ, ਪ੍ਰਗਟ ਨੇ। ਬੰਦੇ ਨੂੰ ਬੰਦੇ ਤੋਂ ਡਰ ਲੱਗ ਰਿਹਾ ਹੈ, ਬੰਦੇ ਦੇ ਉੱਤੇ ਬੇਵਿਸ਼ਵਾਸੀ ਹੈ, ਵਿਸ਼ਵਾਸ ਨਹੀਂ ਹੈ। ਤੇ ਉਹਦਾ ਰੀਜ਼ਨ ਹੈ ਕਿ ਬੰਦਾ ਕੰਮ ਚੰਗੇ ਨਹੀਂ ਕਰ ਰਿਹਾ, ਬੇਸ਼ੱਕ ਛਿਪ ਕੇ ਕਰ ਰਿਹਾ ਪਰ ਪ੍ਰਗਟ ਹੋ ਰਹੇ ਨੇ। ਹੁਣ ਜੇ ਕੋਈ ਮਾੜਾ ਕਰਮ ਛਿਪ ਕੇ ਵੀ ਕਰੋਗੇ, ਮੰਨ ਲਓ ਕਿ ਕਿਸੇ ਨੂੰ ਨਹੀਂ ਪਤਾ ਲੱਗਾ, ਪਰ ਮੈਨੂੰ ਤਾਂ ਪਤਾ ਹੈ ਨਾ ਜੋ ਕਰਮ ਮੈਂ ਕੀਤਾ ਹੈ, ਮੇਰੇ ਅੰਦਰ ਤਾਂ ਉਹ ਕਰਮ ਸੰਸਕਾਰ ਪੈਦਾ ਕਰੇਗਾ। ਮੇਰੇ ਅੰਦਰ ਤਾਂ ਮਾੜਾ ਕਰਮ ਜਿਹੜਾ ਡਰ ਪੈਦਾ ਕਰੇਗਾ। ਮੇਰੇ ਅੰਦਰ ਹੌਲੇ ਹੌਲੇ ਨਿਊਰੋਨਲ ਪੈਟਰਨ ਬਣ ਜਾਣਗੇ ਮਾੜੇ, ਨੈਗੇਟਿਵ। ਮੇਰਾ ਸੁਭਾਅ ਬਣ ਜਾਏਗਾ, ਤੇ ਉਹ ਸੁਭਾਅ ਥਾਂ ਥਾਂ ਤੇ ਪ੍ਰਗਟ ਹੋਏਗਾ। ਕਿਵੇਂ ਛੁਪਾ ਲਓ?
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਜੋ ਮਨਮੁਖਤਾ ਵਾਲੇ ਕਰਮ ਨੇ ਛਿਪਦੇ ਨਹੀਂ, ਕਿਉਂਕਿ ਮਾਨਸਿਕ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਪੈਦਾ ਹੋ ਜਾਂਦੀਆਂ ਨੇ। ਜੇ ਰੱਬ ਨਾਲੋਂ ਬੇਮੁਖਤਾ ਹੋਏਗੀ, ਸੱਚੇ ਸ਼ੁਭ ਗੁਣਾਂ ਦੇ ਨਾਲੋਂ ਬੇਮੁਖਤਾ ਹੋਏਗੀ, ਜੀਵਨ ਵਿੱਚ ਪਰੇਸ਼ਾਨੀ ਪੈਦਾ ਹੋਏਗੀ। ਤੇ ਜੇ ਘਰ ਦੇ ਵਿੱਚ ਵਰਤਾਵ ਮਾੜਾ ਹੋਏਗਾ ਤਾਂ ਵੀ ਪ੍ਰਗਟ ਹੋਏਗਾ, ਪਰਿਵਾਰ ਟੁੱਟਣਗੇ। ਇਸ ਲਈ ਅਗਲਾ ਬਚਨ ਕਰਦੇ ਨੇ, ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਕੁਦਰਤ ਦਾ ਇਹ ਨੇਮ ਹੈ ਕਿ ਜੋ ਮਨੁੱਖ ਧਰਮ ਕਮਾਏਗਾ, ਜੋ ਮਨੁੱਖ ਭਲੇ ਕਰਮ ਕਰੇਗਾ, ਆਪਣੇ ਫਰਜ਼ ਪੂਰੇ ਕਰੇਗਾ, ਧਰਮ ਕਮਾਉਣ ਦਾ ਮਤਲਬ ਫਰਜ਼ ਪੂਰੇ ਕਰੇਗਾ, ਇਸ ਧਰਮ ਨਾਉ ਹੋਵੇ, ਉਹਦਾ ਨਾਮ ਮਸ਼ਹੂਰ ਹੋ ਜਾਏਗਾ ਕਿ ਬੰਦਾ ਧਰਮੀ ਹੈ, ਬੰਦਾ ਭਲਾ ਹੈ, ਬੰਦਾ ਚੰਗਾ ਹੈ, ਕਿਉਂਕਿ ਉਹ ਧਰਮ ਕਮਾ ਰਿਹਾ ਹੈ। ਧਰਮ ਕਮਾਉਣ ਦਾ ਮਤਲਬ ਇਹ ਨਹੀਂ ਕਿ ਮਾਲਾ ਫੇਰ ਰਿਹਾ, ਧਰਮ ਕਮਾਉਣ ਦਾ ਮਤਲਬ ਇਹ ਨਹੀਂ ਕਿ ਉਹ ਸਮਾਧੀਆਂ ਲਾ ਰਿਹਾ। ਤਾਂ ਧਰਮ ਦਾ ਮਤਲਬ ਜੋ ਫਰਜ਼ ਪੂਰੇ ਕਰਦਾ ਹੈ ਘਰ ਦੇ ਵਿੱਚ ਰਹਿ ਕੇ। ਜੇ ਕੋਈ ਔਰਤ ਹੈ ਤਾਂ ਆਪਣੇ ਸਾਰੇ ਫਰਜ਼ ਪੂਰੇ ਕਰ ਰਹੀ ਹੈ ਇਮਾਨਦਾਰੀ ਨਾਲ, ਬੇਟੀ ਵਾਲੇ ਵੀ, ਭੈਣ ਵਾਲੇ ਵੀ, ਪਤਨੀ ਵਾਲੇ, ਮਾਂ ਵਾਲੇ, ਨੂੰਹ ਵਾਲੇ, ਸੱਸ ਵਾਲੇ, ਦਰਾਣੀ ਜਠਾਣੀ ਵਾਲੇ, ਸਾਰੇ ਫਰਜ਼ ਪੂਰੇ ਕਰਦੀ। ਜੇ ਬੰਦਾ ਹੈ ਤਾਂ ਉਹ ਇਮਾਨਦਾਰੀ ਦੇ ਨਾਲ ਆਪਣੇ ਪੂਰੇ ਫਰਜ਼ ਕਰਦਾ ਹੈ, ਬੇਟੇ ਵਾਲਾ ਵੀ, ਪਤੀ ਵਾਲਾ ਵੀ, ਪਿਤਾ ਵਾਲਾ ਵੀ, ਸਹੁਰੇ ਜਵਾਈ ਵਾਲਾ ਵੀ, ਭਰਾਵਾਂ ਵਾਲਾ ਵੀ, ਜਿੰਨੇ ਵੀ ਫਰਜ਼ ਨੇ। ਫਿਰ ਉਹਦੇ ਮਨੁੱਖਤਾ ਵਾਸਤੇ, ਵਨਸਪਤੀ ਲਈ ਕੀ ਫਰਜ਼ ਨੇ, ਉਹਨਾਂ ਸਾਰੇ ਫਰਜ਼ਾਂ ਨੂੰ ਪੂਰਿਆਂ ਕਰ ਰਿਹਾ ਇਮਾਨਦਾਰੀ ਨਾਲ। ਤਾਂ ਉਹਨੂੰ ਸਾਰੇ ਲੋਕ ਕਹਿਣਗੇ ਬੜਾ ਚੰਗਾ ਹੈ, ਧਰਮੀ ਹੈ ਵੀ ਬੰਦਾ, ਬਹੁਤ ਭਲਾ ਬੰਦਾ ਹੈ, ਸਾਰੇ ਹੀ ਕਹਿਣਗੇ। ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ, ਇਹ ਕੁਦਰਤ ਦਾ ਨਿਯਮ ਹੈ। ਤੇ ਦੂਜੇ ਪਾਸੇ ਇਹ ਵੀ ਨਿਯਮ ਹੈ ਵੀ ਪਾਪ ਕਮਾਣਾ ਹੈ। ਪਾਪ ਕਮਾਣੇ ਦਾ ਮਤਲਬ ਜੇ ਮੰਦੇ ਕਰਮ ਕਰੀਏ, ਪਾਪ ਕਰਮ ਕਮਾਈਏ ਤਾਂ ਪਾਪੀ ਜਾਣੀਏ। ਲੋਕ ਉਹਨੂੰ ਮੰਦਾ ਸਮਝਣਗੇ, ਕਹਿਣਗੇ ਬੜਾ ਪਾਪੀ ਹੈ। ਜੇ ਕਿਸੇ ਨੇ ਮਾਂ ਪਿਓ ਨੂੰ ਘਰੋਂ ਕੱਢ ਦਿੱਤਾ ਹੈ ਤਾਂ ਲੋਕ ਕਹਿੰਦੇ ਨੇ ਬੜਾ ਮਾੜਾ ਕੀਤਾ, ਉਹਨੇ ਗੁਨਾਹ ਕੀਤਾ ਹੈ, ਪਾਪੀ ਹੈ। ਜੇ ਕਿਸੇ ਨੇ ਕਤਲ ਕੀਤਾ ਹੈ ਤੇ ਲੋਕ ਕਹਿੰਦੇ ਨੇ ਪਾਪੀ ਹੈ। ਜੇ ਲੋਕ ਠੱਗੀਆਂ ਠੂਰੀਆਂ ਮਾਰਦੇ ਨੇ ਤਾਂ ਲੋਕ ਕਹਿੰਦੇ ਨੇ ਕਿ ਚੰਗਾ ਬੰਦਾ ਨਹੀਂ ਹੈ। ਔਰ ਐਸੇ ਬੰਦਿਆਂ ਦੇ ਨਾਲ ਲੋਕ ਆਪਣਾ ਨਾਤਾ ਨਹੀਂ ਬਣਾਉਣਾ ਚਾਹੁੰਦੇ। ਜੇ ਕੋਈ ਕਰੈਕਟਰਲੈਸ ਹੈ, ਚੋਰ ਹੈ, ਡਰੱਗੀ ਹੈ, ਨਸ਼ਈ ਹੈ, ਤਾਂ ਉਹਨੂੰ ਘਰ ਵੜਨਾ ਚਾਹੁੰਦਾ ਕੋਈ ਵੀ ਨਾ, ਵਾੜਨਾ ਨਹੀਂ ਨਾ ਘਰ ਚਾਹੁੰਦਾ ਕੋਈ ਵੀ, ਤਾਂ ਉਹਨੂੰ ਲੋਕ ਪਾਪੀ ਕਹਿਣ ਲੱਗ ਜਾਂਦੇ ਨੇ। ਇਹ ਕੁਦਰਤ ਦਾ ਪੱਕਾ ਨੇਮ ਹੈ। ਹੁਣ ਇਹ ਡਿਪੈਂਡ ਸਾਡੇ ਤੇ ਕਰਦਾ ਹੈ ਕਿ ਅਸੀਂ ਧਰਮੀ ਖਵਾਉਣਾ ਚਾਹੁੰਦੇ ਹਾਂ ਕਿ ਪਾਪੀ, ਧਰਮੀ ਬਣਨਾ ਚਾਹੁੰਦੇ ਹਾਂ ਕਿ ਪਾਪੀ ਬਣਨਾ ਚਾਹੁੰਦੇ ਹਾਂ। ਇਹ ਬੰਦੇ ਦੀ ਚੁਆਇਸ ਆਪਣੀ ਹੈ। ਤੂੰ ਆਪੇ ਖੇਲ ਕਰਹਿ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਗੁਰੂ ਜੀ ਕਹਿੰਦੇ ਨੇ ਸਾਰੇ ਕੌਤਕ ਤੂੰ ਆਪ ਕਰ ਰਿਹਾ ਹੈ, ਹੁਣ ਤੇਥੋਂ ਵੱਖਰਾ ਹੋਰ ਕਿਹੜਾ ਦਸੀਏ, ਕੀ ਆਖ ਕੇ ਵਿਆਖਿਆਨ ਕਰੀਏ। ਇਹ ਸਾਰੇ ਜੋ ਕੌਤਕ ਹੈ ਤੂੰ ਕਰ ਰਿਹਾ, ਭਾਵ ਤੇਰੀ ਰਜ਼ਾ ਦੇ ਅੰਦਰ ਹੋ ਰਹੇ ਨੇ। ਇਹ ਗੱਲ ਜਿਹੜੀ ਹੈ ਨਾ ਸਮਝਣ ਵਾਲੀ ਹੈ ਕਿ ਇਹ ਸਾਰੇ ਦੇ ਸਾਰੇ ਕੌਤਕ ਰੱਬੀ ਰਜ਼ਾ ਵਿੱਚ ਹੋ ਰਹੇ ਨੇ। ਰੱਬੀ ਰਜ਼ਾ ਦਾ ਮਤਲਬ ਰੱਬੀ ਹੁਕਮ ਵਿੱਚ, ਕੁਦਰਤ ਦੇ ਨੇਮ ਵਿੱਚ, ਲਾ ਆਫ ਨੇਚਰ ਦੇ ਅੰਦਰ ਹੋ ਰਹੇ ਨੇ। ਰੱਬ ਆਪ ਕਿਸੇ ਤੋਂ ਫੜ ਕੇ ਪਾਪ ਕਰਮ ਨਹੀਂ ਕਰਾਂਦਾ ਕਿ ਤੂੰ ਕਤਲ ਕਰ, ਤੂੰ ਵਿਭਚਾਰ ਕਮਾ, ਤੂੰ ਚੋਰੀਆਂ ਕਰ। ਤੇ ਰੱਬ ਆਪ ਕਿਸੇ ਦਾ ਹੱਥ ਫੜ ਕੇ ਨਹੀਂ ਕਹਿੰਦਾ ਕਿ ਤੂੰ ਇਹ ਕਰਮ ਕਰ, ਫਰਜ਼ ਪੂਰੇ ਆਪ ਕਰ ਰਿਹਾ ਹੈ। ਤੇ ਨੇਮ ਇਹ ਹੈ ਕਿ ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਫਲ ਮਿਲੇਗਾ, ਉਹੋ ਜਿਹਾ ਨਾਮ ਹੋ ਜਾਏਗਾ। ਰੱਬ ਦਾ ਇੱਕ ਖੇਲ ਹੈ, ਮਤਲਬ ਇੱਕ ਸਿਸਟਮ ਹੈ, ਇੱਕ ਹੁਕਮ ਹੈ। ਹੁਣ ਦੂਜਾ ਕੀ ਆਖੀਏ ਵੀ ਦੂਜਾ ਕੌਣ ਕਰਾ ਰਿਹਾ? ਕਿ ਦੂਜਾ ਕੋਈ ਸਿਸਟਮ ਨੂੰ ਬਦਲ ਸਕਦਾ? ਕੋਈ ਵੀ ਨਹੀਂ ਬਦਲ ਸਕਦਾ। ਜੇ ਸਿਸਟਮ ਬਦਲ ਸਕਦਾ ਹੁੰਦਾ ਕਿ ਪਾਪ ਕਰਮ ਕਰਨ ਦੇ ਨਾਲ ਵੀ ਸੁਖ ਸ਼ਾਂਤੀ ਮਿਲ ਸਕਦੀ ਹੁੰਦੀ, ਕੋਈ ਜੋਤਸ਼ੀ ਬਦਲ ਸਕਦਾ ਹੁੰਦਾ, ਕੋਈ ਬਾਬਾ ਬਦਲ ਸਕਦਾ ਹੁੰਦਾ, ਤਾਂ ਇਹ ਸਿਸਟਮ ਤੇ ਬਦਲ ਜਾਣਾ ਸੀ। ਇੰਡੀਆ ਵਿੱਚ ਤੇ 72-73 ਲੱਖ ਸਾਧੂ ਨੇ, 72 ਲੱਖ 65-70 ਹਜ਼ਾਰ ਸਾਧੂ, ਤਾਂ ਉਹ ਬਦਲ ਦਿੰਦੇ, ਪਰ ਨਹੀਂ ਨਾ ਬਦਲਦਾ। ਜੋਤਸ਼ੀ ਕੋਲ ਚਲੇ ਜਾਓ, ਤੁਹਾਨੂੰ ਠੱਗ ਤੇ ਲਏਗਾ ਪੁੱਠੇ ਸਿੱਧੇ ਗੱਲਾਂ ਬਾਤਾਂ ਕਰਕੇ ਕਿ ਤੇਰੀ ਕਿਸਮਤ ਚ ਸ਼ਨੀ, ਦੂਜਾ ਤੀਜਾ ਉਰਲਾ ਪਰਲਾ ਜੋ ਵੀ। ਲੇਕਿਨ ਕੀ ਉਹ ਸਿਸਟਮ ਨੂੰ ਬਦਲ ਸਕਦਾ ਹੈ? ਬਿਲਕੁਲ ਵੀ ਨਹੀਂ ਬਦਲ ਸਕਦਾ। ਤਾਂ ਰੱਬੀ ਸਿਸਟਮ ਤੋਂ ਉਲਟ ਕੁਛ ਨਹੀਂ ਹੋ ਸਕਦਾ। ਜੇ ਸੁਖ ਚਾਹੁੰਦੇ ਹੋ ਭਾਈ ਤਾਂ ਫਿਰ ਰੱਬੀ ਗੁਣਾਂ ਦੇ ਧਾਰਨੀ ਬਣਨਾ ਪਵੇਗਾ, ਧਰਮ ਕਮਾਉਣਾ ਪਵੇਗਾ, ਫਰਜ਼ ਕਮਾਣੇ ਪੈਣਗੇ। ਤੇ ਜੇ ਫਰਜ਼ ਨਹੀਂ ਕਮਾਓਗੇ, ਇਮਾਨਦਾਰੀ ਦੇ ਨਾਲ ਜ਼ਿੰਦਗੀ ਨਹੀਂ ਜੀਵੋਗੇ,
ਤਾਂ ਕੋਈ ਜੋਤਸ਼ੀ, ਕੋਈ ਬਾਬਾ, ਕੋਈ ਮੜੀ ਕਬਰ, ਕੋਈ ਦੇਵੀ ਦੇਵਤਾ ਸੁਖ ਨਹੀਂ। ਕਿਹਨੂੰ ਕਹੋਗੇ ਦੂਜੇ ਨੂੰ? ਕਿਹੜਾ ਸਿਸਟਮ ਬਦਲ ਸਕਦਾ? ਕੋਈ ਵੀ ਨਹੀਂ ਬਦਲ ਸਕਦਾ। हे ਪ੍ਰਭੂ, ਸਭ ਕੁਝ ਤੇਰੀ ਰਜ਼ਾ ਵਿੱਚ ਹੈ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੇ। ਇੱਥੇ ਜੋਤ ਦਾ ਮਤਲਬ ਹੈ ਸੱਤਿਆ। ਜਿੰਨਾ ਚਿਰ ਜੀਵਾਂ ਅੰਦਰ ਤੇਰੀ ਸੱਤਿਆ ਮੌਜੂਦ ਹੈ, ਤਿਚਰ ਜੋਤੀ ਵਿੱਚ ਤੂੰ ਬੋਲੇ, ਉਹਨਾਂ ਚਿਰ ਉਸ ਜੋਤ ਦੇ ਰਾਹੀਂ, ਸੱਤਿਆ ਦੇ ਰਾਹੀਂ ਤੂੰ ਆਪ ਹੀ ਬੋਲ ਰਿਹਾ ਹੈ। ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਸਿਆਣੀਏ। ਦਿਖਾ ਦਾ ਮਤਲਬ ਵੇਖਾਂ, ਸਿਆਣੀਏ ਦਾ ਮਤਲਬ ਪਛਾਣੀਏ। ਜਦੋਂ ਤੇਰੀ ਜੋਤ ਨਿਕਲ ਜਾਏ, ਸੱਤਿਆ ਖਤਮ ਹੋ ਜਾਏ, ਸਿਸਟਮ ਖਤਮ ਹੋ ਜਾਏ, ਤਾਂ ਭਲਾ ਕੋਈ ਕੁਝ ਕਰੇ ਤਾਂ ਸਹੀ, ਵੀ ਅਸੀਂ ਪਰਖ ਕੇ ਵੇਖੀਏ। ਭਾਵ ਤੇਰੀ ਜੋਤ ਤੋਂ ਬਿਨਾ ਕੁਝ ਨਹੀਂ ਕਰ ਸਕਦਾ। ਜੋ ਤੇਰੀ ਜੋਤ ਤੋਂ ਬਿਨਾ ਕੋਈ ਕੁਝ ਨਹੀਂ ਕਰ ਸਕਦਾ। ਜੋਤ ਦਾ ਮਤਲਬ ਸੱਤਿਆ। ਹੁਣ ਰੱਬ ਦੀ ਸੱਤਿਆ ਹੈ। ਜਦੋਂ ਤੱਕ ਸੱਤਿਆ ਹੈ, ਉਦੋਂ ਤੱਕ ਮੈਂ ਬੋਲ ਰਿਹਾ ਹਾਂ ਤੇ ਮੇਰੇ ਅੰਦਰ ਹੋਰ ਕੋਈ ਨਹੀਂ ਬੋਲ ਰਿਹਾ। ਸੱਤਿਆ ਰੂਪ ਹੋ ਕੇ ਰੱਬ ਹੀ ਬੋਲ ਰਿਹਾ ਹੈ। ਸਭੇ ਘਟ ਰਾਮ ਬੋਲੇ। ਜੇ ਰਾਮ ਬੋਲੇ ਦਾ ਮਤਲਬ ਵੀ ਜੇ ਅੰਦਰ ਸੱਤਿਆ ਹੈ ਤੇ ਮੈਂ ਬੋਲ ਰਿਹਾ। ਤੁਹਾਡੇ ਅੰਦਰ ਸੱਤਿਆ ਹੈ ਤੇ ਤੁਸੀਂ ਸੁਣ ਰਹੇ ਹੋ। ਜੇ ਇਹ ਸਿਸਟਮ ਖਤਮ ਹੋ ਜਾਏ, ਸਿਸਟਮ ਫੇਲ ਹੋ ਜਾਏ, ਤੇ ਨਾ ਮੈਂ ਬੋਲ ਸਕਾਂਗਾ, ਨਾ ਤੁਸੀਂ ਸੁਣ ਸਕੋਗੇ। ਹੁਣ ਮੇਰੇ ਸਰੀਰ ਦਾ ਸਾਰਾ ਸਿਸਟਮ ਚੱਲ ਰਿਹਾ ਨਾ, ਦਿਲ ਧੜਕ ਰਿਹਾ ਹੈ, ਫੇਫੜੇ ਕੰਮ ਕਰ ਰਹੇ ਨੇ, ਦਿਮਾਗ ਕੰਮ ਕਰ ਰਿਹਾ ਹੈ, ਤਾਂ ਮੈਂ ਬੋਲ ਰਿਹਾ। ਤੁਹਾਡੇ ਸਰੀਰ ਦਾ ਸਿਸਟਮ ਚੱਲ ਰਿਹਾ ਹੈ, ਤੁਸੀਂ ਸੁਣ ਰਹੇ ਹੋ। ਤੇ ਜੇ ਸਾਡਾ ਸਿਸਟਮ ਫੇਲ ਹੋ ਜਾਏ, ਕਿਸੇ ਦਾ ਹਾਰਟ ਅਟੈਕ ਹੋ ਜਾਏ, ਤਾਂ ਮੈਂ ਕਥਾ ਕਰੀ ਜਾਵਾਂ, ਹੁਣ ਜਿਹਨੂੰ ਹਾਰਟ ਅਟੈਕ ਹੋ ਗਿਆ ਉਹਨੇ ਸੁਣਨਾ ਥੋੜੀ। ਜੇ ਮੈਨੂੰ ਹਾਰਟ ਅਟੈਕ ਹੋ ਜਾਏ, ਸਿਸਟਮ ਫੇਲ ਹੋ ਜਾਏ, ਜੋਤ ਨਿਕਲ ਗਈ, ਮੀਨ ਸਿਸਟਮ ਫੇਲ ਹੋ ਗਿਆ, ਸੱਤਿਆ ਖਤਮ ਹੋ ਗਈ, ਤਾਂ ਮੈਂ ਤੇ ਇੱਥੇ ਬੈਠੇ ਰਹਿਣਾ ਜਾਂ ਇੱਥੇ ਡਿੱਗ ਪੈਣਾ। ਤੁਸੀਂ ਸੁਣ ਥੋੜੀ ਸਕੋਗੇ, ਮੈਂ ਬੋਲ ਥੋੜੀ ਸਕਾਂਗਾ। ਤਾਂ ਉਦੋਂ ਤੱਕ ਹੀ ਬੰਦਾ ਬੋਲਦਾ ਹੈ ਜਦੋਂ ਤੱਕ ਰੱਬੀ ਸੱਤਿਆ ਇਹਦੇ ਅੰਦਰ ਮੌਜੂਦ ਹੈ। ਯਾਨੀ ਰੱਬੀ ਸਿਸਟਮ ਦੇ ਅੰਦਰ ਹੀ ਸਾਰਾ ਕੁਝ ਚੱਲ ਰਿਹਾ ਹੈ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਘੜ ਸੁਜਾਣੀਏ। ਸੁਘੜ ਦਾ ਮਤਲਬ ਸੋਹਣੀ ਘਾੜਤ ਵਾਲਾ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਨਦਰੀ ਆਇਆ ਦਾ ਮਤਲਬ ਨਦਰੀ ਪੈਂਦਾ ਹੈ, ਦਿਸ ਪੈਂਦਾ ਹੈ। ਹਰ ਇੱਕੋ ਦਾ ਮਤਲਬ ਇੱਕ ਹੀ, ਸੁਜਾਣੀਏ ਦਾ ਮਤਲਬ ਸਿਆਣਾ। ਤਾਂ ਗੁਰੂ ਦੀ ਸ਼ਰਨ ਆਏ ਮਨੁੱਖ ਨੂੰ ਹਰ ਥਾਂ ਇੱਕੋ ਸਿਆਣਾ ਤੇ ਸੁਜਾਨ ਪ੍ਰਭੂ ਹੀ ਦਿਸਦਾ ਹੈ। ਚਾਹੇ ਕੋਈ ਪਾਪੀ ਹੈ ਜਾਂ ਪੁੰਨੀ ਹੈ, ਗੁਰਮੁਖ ਹੈ ਜਾਂ ਮਨਮੁਖ ਹੈ, ਭਲਾ ਹੈ ਜਾਂ ਬੁਰਾ ਹੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਣ ਵਾਲੇ ਨੂੰ ਸਾਰਿਆਂ ਦੇ ਵਿੱਚ ਇੱਕੋ ਹੀ ਦਿਸਦਾ ਹੈ, ਇੱਕੋ ਹੀ ਨਜ਼ਰੀ ਪੈਂਦਾ ਹੈ। ਤੇ ਹੁਣ ਅਸੀਂ ਕਈ ਵਾਰ ਇਹ ਕਹਿ ਦਿੰਦੇ ਹਾਂ ਵੀ ਜੇ ਕੋਈ ਪਾਪ ਕਮਾਉਣ ਵਾਲਾ ਹੈ ਤੇ ਕੀ ਉਹਨੂੰ ਰੱਬ ਸਮਝੀ? ਉਹਦੇ ਵਿੱਚ ਰੱਬ ਹੈ? ਹਾਂ ਹੈ, ਵਾਸਤਵ 'ਚ ਹੀ ਹੈ, ਪਰ ਉਹਨੂੰ ਪਤਾ ਨਹੀਂ ਹੈ। ਉਹ ਰੱਬੀ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ, ਉਹ ਆਪਣੇ ਅੰਦਰੋਂ ਰੱਬ ਨੂੰ ਪ੍ਰਗਟ ਨਹੀਂ ਕਰ ਰਿਹਾ। ਇਹ ਉਹਦੀ ਪ੍ਰੋਬਲਮ ਹੈ। ਰੱਬ ਤੇ ਹੈ। ਜਿਵੇਂ ਅਸੀਂ ਆਪਣੀ ਗੱਲ ਕਰੀਏ, ਹੁਣ ਮੇਰੇ ਅੰਦਰ ਸੱਚਾਈ, ਦਇਆ, ਧਰਮ, ਧੀਰਜ, ਪ੍ਰੇਮ, ਇਹ ਸਾਰੇ ਗੁਣ ਤੇ ਹੈ ਨੇ, ਪਰ ਮੈਂ ਉਹਨਾਂ ਗੁਣਾਂ ਨੂੰ ਯੂਜ਼ ਨਹੀਂ ਕਰ ਰਿਹਾ। ਯੂਜ਼ ਮੈਂ ਈਰਖਾ ਨੂੰ ਕਰ ਰਿਹਾ, ਤਾਂ ਇਹ ਮੇਰੀ ਪ੍ਰੋਬਲਮ ਹੈ। ਰੱਬੀ ਗੁਣ ਤੇ ਸਾਰਿਆਂ ਵਿੱਚ ਮੌਜੂਦ ਨੇ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਕਿਸੇ ਬੰਦੇ ਵਿੱਚ ਰੱਬੀ ਗੁਣ ਨਹੀਂ ਹਨ। ਕੋਈ ਇਹ ਨਹੀਂ ਕਹਿ ਸਕਦਾ ਮੇਰੇ ਵਿੱਚ ਗੁਣ ਨਹੀਂ। ਗੁਣ ਤੇ ਸਾਰਿਆਂ ਵਿੱਚ ਨੇ। ਹੁਣ ਬੰਦਾ ਯੂਜ਼ ਨਹੀਂ ਕਰ ਰਿਹਾ ਨਾ, ਤਾਂ ਇਹ ਪ੍ਰੋਬਲਮ ਉਸ ਬੰਦੇ ਦੀ ਹੈ। ਤੇ ਜਿਹੜਾ ਗੁਰਮੁਖ ਬੰਦਾ ਹੈ ਨਾ, ਉਹਨੂੰ ਇਸ ਚੀਜ਼ ਦੀ ਸਮਝ ਹੁੰਦੀ ਹੈ ਕਿ ਇਹ ਜਿਹੜਾ ਪਾਪੀ ਅਪਰਾਧੀ ਬੰਦਾ ਹੈ, ਇਹਦੇ ਵਿੱਚ ਵੀ ਗੁਣ ਮੌਜੂਦ ਨੇ। ਇਹ ਵੀ ਰੱਬੀ ਸੱਤਿਆ ਦੇ ਨਾਲ ਚੱਲ ਰਿਹਾ ਹੈ, ਰੱਬੀ ਹੁਕਮ ਦੇ ਅੰਦਰ ਚੱਲ ਰਿਹਾ ਹੈ, ਪਰ ਇਹਨੂੰ ਸਮਝ ਨਹੀਂ। ਇਹ ਗਿਆਨ ਦੀ ਗਲਤ ਵਰਤੋਂ ਕਰਦਾ ਹੈ, ਸਿਸਟਮ ਦੀ ਵਰਤੋਂ ਗਲਤ ਕਰ ਰਿਹਾ ਹੈ। ਗੁਰਮੁਖ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਉਹਨੂੰ ਫਿਰ ਚਾਰ ਚੁਫੇਰੇ ਇੱਕ ਰੱਬ ਨਜ਼ਰੀ ਪੈਂਦਾ ਹੈ, ਹਰ ਥਾਂ ਤੇ ਰੱਬੀ ਗੁਣ ਨਜ਼ਰੀ ਪੈਂਦੇ ਨੇ, ਤੇ ਉਹ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ। ਤਾਂ ਇਸ ਤਰ੍ਹਾਂ ਸਾਨੂੰ ਇਥੋਂ ਜੋ ਸਿੱਖਿਆ ਮਿਲ ਰਹੀ ਹੈ ਕਿ ਜੇ ਅਸੀਂ ਗੁਰੂ ਦੇ ਗਿਆਨ ਦੇ ਧਾਰਨੀ ਹੋ ਜਾਈਏ, ਗਿਆਨ ਗੁਰੂ ਮੁਤਾਬਕ ਜ਼ਿੰਦਗੀ ਜੀਵੀਏ, ਤਾਂ ਅਸੀਂ ਰੱਬ ਵਰਗੇ ਹੋ ਕੇ ਜੀ ਸਕਦੇ ਹਾਂ। ਸਾਨੂੰ ਐਸਾ ਕਰਨਾ ਚਾਹੀਦਾ ਹੈ। ਤੁਧ ਆਪੈ ਜਗਤ ਉਪਾਏ ਕੈ, ਤੁਧ ਆਪੈ ਧੰਧੈ ਲਾਇਆ।
ਇਹਨੂੰ ਆਪੇ ਨਹੀਂ ਪੜਨਾ, ਦੁਲਾਵਾਂ ਆਪੈ। ਜਗਤ ਉਪਾਏ ਕੇ ਨਹੀਂ ਪੜਨਾ, ਕੈ। यानी लावां दुलावां का ध्यान रखना है। तुध आपे जगत उपायक है, तुध आपे धंधे लाया। हे प्रभु तू आप ही जगत नूं उपाया है, पैदा किया है, ते आप ही तू जगत नूं धंधे विच लाया होया है। हुण रब्बी हुक्म दे अंदर सारा संसार पैदा होया, सिस्टम दे अंदर, लॉ ऑफ नेचर दे विच। ते लॉ ऑफ नेचर दे विच जो नियमावली है, रब्बी हुक्म, उस हुक्म सिस्टम दे अंदर ही हर बंदा धंधे लगा हुआ है। सारा कुछ सिस्टम दे अंदर है, कुदरती नियमावली दे अंदर है। जिवें असीं अखां नाल वेखदे हां, कन्नां नाल सुणदे हां, हत्थां नाल करदे हां, सूरज चढ़ रहा है, चंद्रमा प्रकाश दे रहा है, धरती चों अन्न आदिक पैदा हो रहा है, सारा कुछ टोटल खंड मंडल ब्रह्मंड जो भी कुछ है, निक्के जे बैक्टीरिया तो लैके वड्डे सारे हाथी तक हर चीज सिस्टम दे अंदर पैदा हो रही है। सिस्टम दे अंदर जीव जन जिंदगी जी रहे ने, सिस्टम दे अंदर ही विनाश हो रहा है। हे प्रभु तेरे आप ही तू जगत पैदा कीता है हुक्म दे अंदर, ते हुक्म दे अंदर ही तू धंधे लाया होया। मोह ठगौली पाए कै, तुद आपू जगत खुआया। आपू दा मतलब अपने आप तो, खुआया दा मतलब खुला दिता है, ठगौली दा मतलब ठगमूरी बूटी। ऐसी बूटी ਜਿਹੜੀ ਕਿਸੇ ਨੂੰ ਸੁੰਘਾ ਦਿੱਤੀ ਜਾਏ ਤੇ ਬੰਦਾ ਬੇਹੋਸ਼ ਹੋ ਜਾਂਦਾ ਹੈ। ਤੇ ਆਮ ਪੁਰਾਣੇ ਸਮਿਆਂ ਦੇ ਅੰਦਰ ਲੋਕ ਐਸੀ ਬੂਟੀ ਵਰਤਦੇ ਸਨ ਮੁਸਾਫਰਾਂ ਨੂੰ ਲੁੱਟਣ ਲਈ। ਅੱਜ ਵੀ ਐਸੀਆਂ ਚੀਜ਼ਾਂ ਕੈਮੀਕਲ ਹੈ ਨੇ, ਦਵਾਈਆਂ ਹੈ ਨੇ ਜੋ ਕਿਸੇ ਨੂੰ ਸੁੰਘਾ ਦਿੱਤੀ ਜਾਂਦੀ ਹੈ, ਜਾਂ ਕਿਸੇ ਨੂੰ ਪਾਣੀ ਵਿੱਚ ਪਾ ਕੇ ਪਿਲਾ ਦਿੱਤੀ ਤੇ ਬੰਦਾ ਨੀਂਦ ਵਿੱਚ ਸੌਂ ਜਾਂਦਾ ਹੈ, ਤੇ ਜਦ ਉਹ ਸੌਂ ਜਾਂਦਾ ਹੈ ਤਾਂ ਉਹਦਾ ਸਮਾਨ ਵਗੈਰਾ ਲੁੱਟ ਲਿਆ ਜਾਂਦਾ ਹੈ। ਐਸੀਆਂ ਵੀਡੀਓਜ਼ ਅਸੀਂ ਰੋਜ਼ ਵੇਖਦੇ ਹਾਂ, ਅਖਬਾਰਾਂ ਵਿੱਚ ਖਬਰਾਂ ਸੁਣਦੇ ਹਾਂ। ਹੁਣ ਇੱਥੇ ਠਗਮੂਰੀ ਬੂਟੀ ਕਿਹੜੀ ਹੈ ਜਿੰਨੇ ਬੰਦੇ ਨੂੰ ਬੇਹੋਸ਼ ਕੀਤਾ ਹੋਇਆ ਹੈ? ਉਹ ਹੈ ਮੋਹ, ਸੈਲਫਿਸ਼ਨੈਸ। ਮੋਹ ਦੀ ਠਗਮੂਰੀ ਪਾ ਕੇ ਤੂੰ ਆਪਣੇ ਆਪ ਤੋਂ ਜਗਤ ਨੂੰ ਖੁੰਝਾ ਦਿੱਤਾ ਹੈ, ਆਪਣੇ ਆਪ ਤੋਂ ਦੂਰ ਕਰ ਦਿੱਤਾ ਹੈ। ਯਾਨੀ ਜਿਸ ਬੰਦੇ ਦੀ ਜ਼ਿੰਦਗੀ ਅੰਦਰ ਸੈਲਫਿਸ਼ਨੈਸ ਹੋਏਗੀ, ਮੋਹ ਹੋਏਗਾ, ਉਹ ਬੰਦਾ ਰੱਬ ਤੋਂ ਦੂਰ ਹੋ ਜਾਏਗਾ। ਰੱਬ ਤੋਂ ਦੂਰ ਕਿਵੇਂ ਹੋ ਜਾਏਗਾ? ਕਿਉਂਕਿ ਉਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਹੋ ਜਾਣਗੇ। ਉਹ ਆਪਣੇ ਵਾਸਤੇ ਕੁਝ ਹੋਰ ਸੋਚੇਗਾ, ਦੂਜੇ ਵਾਸਤੇ ਵੱਖਰਾ ਸੋਚੇਗਾ। ਉਹਦੇ ਅੰਦਰ ਮੇਰ ਤੇਰ ਦੇ ਆਪਣੇ ਪਰਾਏ ਦੇ ਵਿਤਕਰੇ ਹੋਣਗੇ। ਤੇ ਜਿਹਦੇ ਅੰਦਰ ਮੇਰ ਤੇਰ ਦੇ ਵਿਤਕਰੇ ਨੇ, ਉਹ ਰੱਬ ਤੋਂ ਦੂਰ ਹੈ ਨਾ। ਉਹਦੇ ਮਨ ਦੇ ਅੰਦਰ ਇਹ ਭਾਵਨਾ ਹੀ ਨਹੀਂ ਹੈ ਕਿ ਸਾਰਿਆਂ ਵਿੱਚ ਰੱਬ ਹੈ ਤੇ ਮੈਂ ਸਾਰਿਆਂ ਨਾਲ ਰੱਬ ਵਰਗਾ ਵਿਹਾਰ ਕਰਾਂ। ਜਦੋਂ ਬੰਦੇ ਦੇ ਅੰਦਰ ਸੈਲਫਿਸ਼ਨੈਸ ਪੈਦਾ ਹੁੰਦੀ ਹੈ, ਉਦੋਂ ਬੰਦਾ ਬੰਦੇ ਤੋਂ ਦੂਰ ਹੋ ਜਾਂਦਾ ਹੈ ਔਰ ਬੰਦਾ ਗਫਲਤ ਦੀ ਨੀਂਦ ਵਿੱਚ ਸੌਂ ਜਾਂਦਾ ਹੈ। ਭਾਵ ਕਿ ਇਹਦੇ ਅੰਦਰ ਫਿਰ ਸੂਝ ਸਮਝ ਜਿਹੜੀ ਇਹਦੀ ਕੰਮ ਨਹੀਂ ਕਰਦੀ ਸਹੀ ਢੰਗ ਦੇ ਨਾਲ, ਫਿਰ ਇਹ ਗਿਆਨ ਦੀ ਗਲਤ ਵਰਤੋਂ ਕਰਦਾ ਹੈ, ਅਗਿਆਨਤਾ ਭਰੇ ਕਰਮ ਕਰਦਾ ਹੈ। ਤੇ ਅਗਿਆਨਤਾ ਭਰੇ ਕਰਮ ਕਰਨ ਦਾ ਮਤਲਬ ਹੀ ਸੌਣਾ ਹੈ। ਅਗਿਆਨਤਾ ਭਰੇ ਕਰਮ ਕਰਨਾ ਹੀ ਅਸਲ ਮਾਰਗ ਤੋਂ ਖੁੰਝ ਜਾਣਾ ਹੈ। ਜਦੋਂ ਬੰਦੇ ਦੇ ਅੰਦਰ ਸਵਾਰਥ ਹੋਏਗਾ, ਸੈਲਫਿਸ਼ਨੈਸ ਹੋਏਗੀ, ਉਹ ਬੰਦਾ ਸਹੀ ਮਾਰਗ ਤੋਂ ਖੁੰਝ ਜਾਏਗਾ, ਰੱਬ ਤੋਂ, ਰੱਬੀ ਗੁਣਾਂ ਤੋਂ ਦੂਰ ਚਲਾ ਜਾਏਗਾ। ਤਿਸਨਾ ਅੰਦਰ ਅਗਨ ਹੈ, ਨਹਿ ਤਿਪਤੈ ਭੁੱਖਾ ਧਿਆਇਆ। ਨਹਿ ਤਿਪਤੈ ਦਾ ਮਤਲਬ ਰੱਜਦਾ ਨਹੀਂ, ਸੈਟਿਸਫੈਕਸ਼ਨ ਨਹੀਂ ਉਹਦੇ ਵਿੱਚ ਹੁੰਦੀ, ਇਹਦੀ ਸੰਤੋਖ ਨਹੀਂ ਆਉਂਦਾ। ਤਿਸਨਾ ਅੰਦਰ ਅਗਨ ਹੈ। ਜਗਤ ਦੇ ਆਮ ਮਨੁੱਖਾਂ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ। ਨਹਿ ਤਿਪਤੈ, ਇਹ ਮਾਇਆ ਦੀ ਜਿਹੜੀ ਤ੍ਰੇਹ ਹੈ, ਇਹ ਉਤਰਦੀ ਨਹੀਂ, ਇਹਦੀ ਪਿਆਸ ਉਤਰਦੀ ਨਹੀਂ, ਇਹਦੀ ਭੁੱਖ ਉਤਰਦੀ ਨਹੀਂ। ਤ੍ਰੇਹ ਤੇ ਭੁੱਖ ਦਾ ਮਾਰਿਆ ਹੋਇਆ ਇਹ ਰੱਜਦਾ ਨਹੀਂ। ਜਿਵੇਂ ਭੁੱਖ ਲੱਗੀ ਹੋਏ ਨਾ ਤੇ ਬੰਦਾ 2 ਪ੍ਰਸ਼ਾਦੇ ਛਕੇ, 3 ਛਕੇ, ਰੱਜ ਜਾਂਦਾ। ਤੇ ਬੰਦੇ ਦੀ ਨਾ ਕਈ ਵਾਰੀ ਅਸੀਂ ਇੱਕ ਕਹਾਵਤ ਸੁਣਿਆ ਕਿ ਬੰਦੇ ਦਾ ਢਿੱਡ ਤੇ ਰੱਜ ਜਾਂਦਾ ਹੈ, ਪਰ ਨੀਅਤ ਨਹੀਂ ਰੱਜਦੀ। ਨੀਅਤ ਨਹੀਂ ਰੱਜਦੀ ਬੰਦੇ ਦੀ। ਜਿੰਨਾ ਮਰਜ਼ੀ ਪੈਸਾ ਆ ਜਾਏ ਤੇ ਜਿਨ੍ਹਾਂ ਦੀ ਨੀਅਤ ਭੁੱਖੀ ਹੈ ਉਹਨਾਂ ਦੀ ਭੁੱਖੀ ਹੋਈ ਰਹਿਣੀ। ਜਿਵੇਂ ਇੱਲ ਹੈ ਨਾ, ਇੱਲ ਦੀ ਉਡਾਰੀ ਬੜੀ ਉੱਚੀ ਹੈ। ਫਿਰਦੀ ਫਿਰਦੀ ਦਹਿ ਦਿਸਾਂ ਬਨ ਪਰਬਤ, ਫਿਰਦੀ ਫਿਰਦੀ ਦਹਿ ਦਿਸਾਂ, ਕਿੰਨੇ 10 ਦਿਸ਼ਾਵਾਂ ਦੇ ਅੰਦਰ ਇੱਲ ਫਿਰਦੀ ਹੈ, ਉੱਡਦੀ ਹੈ ਉੱਚੇ ਆਕਾਸ਼ ਵਿੱਚ।
ਉਡਾਰੀ ਬੜੀ ਉੱਚੀ ਹੈ, ਪਰ ਇਲ ਦੀ ਜਿਹੜੀ ਨਜ਼ਰ ਹੈ ਨਾ ਉਹ ਬੜੀ ਨੀਵੀਂ ਹੈ। ਨਜ਼ਰ ਨੀਵੀਂ ਹੈ, ਨਜ਼ਰ ਹੈ ਬੜੀ ਤੇਜ਼ ਪਰ ਹੈ ਬੜੀ ਨੀਵੀਂ। ਜਿੱਥੇ ਮ੍ਰਿਤਕ ਵੇਖਦੀ ਹੈ ਨਾ, ਕੋਈ ਮਰਿਆ ਡੰਗਰ ਵੇਖਦੀ ਹੈ, ਉੱਥੇ ਆਣ ਕੇ ਡਿੱਗਦੀ ਹੈ। ਇਸੇ ਤਰ੍ਹਾਂ ਆਮ ਜਿਹੜਾ ਬੰਦਾ ਹੈ ਨਾ, ਇਹਦੀਆਂ ਗੱਲਾਂ ਤੇ ਬੜੀਆਂ ਉੱਚੀਆਂ ਨੇ, ਬੜੀਆਂ ਉੱਚੀਆਂ ਗੱਲਾਂ ਕਰਦਾ ਹੈ, ਧਰਮ ਦੀਆਂ, ਰੱਬ ਦੇ ਮਿਲਾਪ ਦੀਆਂ, ਸਮਾਜ ਸੁਧਾਰ ਦੀਆਂ, ਪਰ ਨੀਅਤ ਇੰਨੀ ਮਾੜੀ ਹੈ, ਡਿੱਗਦਾ ਮਾੜੇ ਥਾਂ ਹੈ, ਬੇਗਾਨਾ ਹੱਕ ਖਾ ਜਾਂਦਾ ਹੈ, ਕਰੈਕਟਰ ਤੋਂ ਗਿਰ ਜਾਂਦਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਜਿਸ ਦੇ ਅੰਦਰ ਬਲ ਜਾਏ, ਉਹ ਭੁੱਖਾ ਤੇ ਆਇਆ ਹੀ ਰਹਿੰਦਾ ਹੈ। ਉਹਦੇ ਅੰਦਰ ਕਦੇ ਤ੍ਰਿਪਤੀ ਨਹੀਂ ਆਉਂਦੀ, ਕਦੇ ਸੰਤੋਖ ਨਹੀਂ ਆਉਂਦਾ, ਔਰ ਕਦੇ ਵੀ ਉਹ ਮਨੁੱਖ ਰਾਜਦਾ ਨਹੀਂ ਹੈ, ਸ਼ਾਂਤ ਨਹੀਂ ਹੁੰਦਾ। ਸਹਿਸਾ ਇਹ ਸੰਸਾਰ ਹੈ, ਮਰ ਜੰਮੈ ਆਇਆ ਜਾਇਆ। ਸਹਿਸਾ ਦਾ ਮਤਲਬ ਤੌਖਲਾ। ਇਹ ਜਗਤ ਹੀ ਇੱਕ ਤੌਖਲਾ ਹੈ, ਸੰਸਿਆਂ ਦੇ ਅੰਦਰ ਪਿਆ ਹੋਇਆ ਹੈ, ਸਹਿਮ ਦੇ ਅੰਦਰ ਪਿਆ ਹੋਇਆ ਹੈ। ਮਰ ਜੰਮੈ ਆਇਆ ਜਾਇਆ। ਆਇਆ ਜਾਇਆ ਦਾ ਮਤਲਬ ਆਉਂਦਾ ਹੈ ਤੇ ਚਲਾ ਜਾਂਦਾ ਹੈ, ਜੰਮਦਾ ਹੈ ਤੇ ਮਰ ਜਾਂਦਾ ਹੈ। ਹੁਣ ਬੰਦਾ ਜੰਮਿਆ, ਮੈਂ ਹੁਣ ਜੰਮਿਆ ਹਾਂ, ਮੇਰਾ ਜਨਮ ਹੋਇਆ ਹੈ, ਤੇ ਜਨਮ ਤੋਂ ਬਾਅਦ ਮੈਂ ਮਰ ਜਾਣਾ ਹੈ। ਜਾਂ ਇਹ ਸ਼ਬਦ ਵਰਤ ਲਓ ਕਿ ਮੈਂ ਆਇਆ ਹਾਂ ਜਗਤ ਤੇ ਮੈਂ ਇੱਥੋਂ ਚਲੇ ਜਾਣਾ। ਦੋਵੇਂ ਸ਼ਬਦ ਵਰਤੇ ਨੇ। ਬੰਦਾ ਆਉਂਦਾ ਹੈ, ਚਲਾ ਜਾਂਦਾ ਹੈ, ਜੰਮਦਾ ਹੈ, ਮਰ ਜਾਂਦਾ ਹੈ। ਭਾਵ ਕਿ ਬੰਦਾ ਇਸ ਸੰਸਾਰ ਤੇ ਆਉਂਦਾ ਹੈ ਔਰ ਮਰ ਜਾਂਦਾ ਹੈ, ਤੇ ਜਿਹੜਾ ਵਿੱਚ ਜੀਵਨ ਮਿਲਦਾ ਹੈ, ਸਮਾਂ ਮਿਲਦਾ ਹੈ, ਉਹ ਸਮੇਂ ਦੇ ਅੰਦਰ ਇਹ ਸੰਸਿਆਂ ਵਿੱਚ ਪਿਆ ਰਹਿੰਦਾ ਹੈ। ਆਮ ਬੰਦਾ ਸੰਸਿਆਂ ਵਿੱਚ ਹੀ ਪਿਆ ਹੈ ਨਾ, ਕਨਫਿਊਜ਼ ਹੀ ਹੈ, ਕੀ ਕਰਨਾ ਤੇ ਕੀ ਨਹੀਂ ਕਰਨਾ। ਸਹਿਮ ਅੰਦਰ ਬਣਿਆ ਹੋਇਆ ਹੈ। ਕਿਸੇ ਦਾ ਸਿਹਤ ਗੁਆਚ ਜਾਣ ਦਾ ਸਹਿਮ ਹੈ, ਕਿਸੇ ਦਾ ਘਰ ਪਰਿਵਾਰ ਟੁੱਟ ਜਾਣ ਦਾ ਸਹਿਮ ਹੈ। ਕਿੰਨੇ ਸਹਿਮ ਔਰ ਕਿੰਨੇ ਸੰਸਿਆਂ ਦੇ ਅੰਦਰ ਬੰਦਾ ਜੀ ਰਿਹਾ ਹੈ, ਕਿਤੇ ਵੀ ਇਹ ਸਪਸ਼ਟ ਨਹੀਂ ਹੈ। ਤਾਂ ਗੁਰੂ ਜੀ ਕਹਿੰਦੇ ਨੇ ਕਿ ਬੰਦਾ ਸਾਰੀ ਜ਼ਿੰਦਗੀ ਤੌਖਲਿਆਂ ਦੇ ਵਿੱਚ ਹੀ ਪਿਆ ਰਹਿੰਦਾ ਹੈ, ਗਲਤ ਫਹਿਮੀ ਦੇ ਅੰਦਰ ਹੀ ਜ਼ਿੰਦਗੀ ਜੀਂਦਾ ਰਹਿੰਦਾ ਹੈ, ਆਉਂਦਾ ਹੈ ਤੇ ਚਲਾ ਜਾਂਦਾ ਹੈ। ਯਾਨੀ ਜੰਮਿਆ ਔਰ ਮਰ ਗਿਆ ਤੇ ਸਾਰੀ ਜ਼ਿੰਦਗੀ ਤੌਖਲਿਆਂ ਦੇ ਵਿੱਚ ਗੁਜ਼ਾਰ ਦਿੱਤੀ। ਹੁਣ ਇਹ ਜਿਹੜਾ ਮੋਹ ਹੈ, ਜੋ ਤੌਖਲੇ ਨੇ, ਸੈਲਫਿਸ਼ਨੈਸ ਹੈ, ਤ੍ਰਿਸ਼ਨਾ ਵਗੈਰਾ ਹੈ, ਪਕੜ ਜਿਹੜੀ ਹੈ, ਬਿਨ ਸਤਿਗੁਰ ਮੋਹ ਨਾ ਟੁੱਟਈ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਇਹ ਮੋਹ ਟੁੱਟਦਾ ਨਹੀਂ। ਦੇਹ ਅਧਿਆਸ, ਦੇਹ ਦਾ ਮੋਹ, ਪਰਿਵਾਰ ਦਾ ਮੋਹ, ਸੰਸਾਰ ਦਾ ਮੋਹ ਟੁੱਟਦਾ ਨਹੀਂ ਹੈ। ਹੁਣ ਇਹਦਾ ਮਤਲਬ ਇਹ ਕਦਾਚਿਤ ਨਹੀਂ ਕਿ ਆਪਣੇ ਬੱਚਿਆਂ ਨਾਲ ਪਿਆਰ ਨਾ ਕਰੋ, ਘਰ ਦੇ ਜੀਆਂ ਨਾਲ, ਨਾਨਕੇ ਦਾਦਕਿਆਂ ਨਾਲ ਪਿਆਰ ਨਾ ਕਰੋ, ਸੱਜਣਾ ਮਿੱਤਰਾਂ ਨਾਲ ਪਿਆਰ ਨਾ ਪਾਓ। ਗੱਲ ਇਹ ਨਹੀਂ ਹੈ। ਮੋਹ ਦਾ ਮਤਲਬ ਇਹ ਹੈ ਕਿ ਆਪਣੇ ਪਰਿਵਾਰ ਦਾ ਵਿਕਾਸ ਕਰੋ, ਤੁਹਾਡਾ ਹੱਕ ਹੈ, ਫਰਜ਼ ਹੈ, ਕਰਨਾ ਚਾਹੀਦਾ ਹੈ, ਪਰ ਦੂਜੇ ਕਿਸੇ ਦੇ ਪਰਿਵਾਰ ਦਾ ਵਿਨਾਸ਼ ਕਰਕੇ ਨਹੀਂ। ਆਪਣੀ ਇੱਜ਼ਤ ਬਣਾਓ, ਇੱਜ਼ਤ ਵਾਲੀ ਜ਼ਿੰਦਗੀ ਜੀਵੋ, ਪਰ ਕਿਸੇ ਦੂਜੇ ਦੀ ਬੇਇੱਜ਼ਤੀ ਕਰਕੇ ਨਹੀਂ। ਆਪ ਜ਼ਿੰਦਗੀ ਜੀਵੋ, ਪਰ ਕਿਸੇ ਨੂੰ ਮੌਤ ਦੇ ਕੇ ਨਹੀਂ। ਆਪਣੇ ਮਹਿਲ ਬਣਾਓ, ਪਰ ਕਿਸੇ ਦੀ ਝੌਂਪੜੀ ਢਾਹ ਕੇ ਨਹੀਂ। ਆਪਣੇ ਰਾਹਾਂ ਵਿੱਚ ਫੁੱਲ ਬੀਜੋ, ਪਰ ਕਿਸੇ ਦੇ ਰਾਹਾਂ ਵਿੱਚ ਕੰਡੇ ਬੀਜ ਕੇ ਨਹੀਂ। ਇਹਨੂੰ ਕਹਿੰਦੇ ਨੇ ਮੋਹ, ਇਹਨੂੰ ਕਹਿੰਦੇ ਨੇ ਸੈਲਫਿਸ਼ਨੈਸ, ਇਹਨੂੰ ਕਹਿੰਦੇ ਨੇ ਪਕੜ। ਬਿਨ ਸਤਿਗੁਰ ਮੋਹ ਨਾ ਟੁੱਟਈ। ਗੁਰੂ ਗਿਆਨ ਤੋਂ ਬਿਨਾ, ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾ ਬੰਦੇ ਦੇ ਅੰਦਰੋਂ ਇਹ ਮੋਹ ਆਦਿ ਖਤਮ ਨਹੀਂ ਹੁੰਦਾ। ਸਭ ਥੱਕੇ ਕਰਮ ਕਮਾਇਆ। ਸਾਰੇ ਧਾਰਮਿਕ ਕਰਮ ਕਰ ਕਰਕੇ ਹਾਰ ਚੁੱਕੇ ਨੇ। ਜਿੰਨੇ ਵੀ ਮਿੱਥੇ ਹੋਏ ਕਰਮ ਨੇ ਉਹ ਕਰ ਕਰਕੇ ਹਾਰ ਗਏ ਨੇ। ਥੱਕੇ ਦਾ ਮਤਲਬ ਥੱਕ ਗਏ ਨੇ। ਔਰ ਸੰਸਾਰ ਵੱਲ ਵੇਖੋ, ਸਾਡੇ ਸਾਹਮਣੇ ਸ਼ੀਸ਼ਾ ਪ੍ਰਗਟ ਹੋ ਜਾਂਦਾ ਹੈ। ਕਿੰਨੇ ਲੋਕ ਤੀਰਥਾਂ ਤੇ ਨਹਾ ਰਹੇ ਨੇ। ਕੀ ਤੀਰਥਾਂ ਤੇ ਨਹਾਣਾ ਕੇ ਸੈਲਫਿਸ਼ਨੈਸ ਖਤਮ ਹੋਈ? ਕਿੰਨੇ ਲੋਕ ਵਰਤ ਰੱਖਦੇ ਨੇ, ਨਰਾਤੇ ਕਰਦੇ ਨੇ, ਸਰਾਧ ਕਰਦੇ ਨੇ। ਕਿੰਨੇ ਲੋਕ ਜੋਤਾਂ ਜਗਾ ਰਹੇ ਨੇ, ਨਦੀਆਂ ਪੂਜ ਰਹੇ ਨੇ, ਰੁੱਖ ਪੂਜ ਰਹੇ ਨੇ, ਬਾਬਿਆਂ ਕੋਲ ਜਾ ਰਹੇ ਨੇ, ਦੇਵੀ ਦੇਵਤਿਆਂ ਕੋਲ ਜਾ ਰਹੇ ਨੇ, ਪਾਠ ਪੂਜਾ ਕਰ ਰਹੇ ਨੇ, ਸਮਾਧੀਆਂ ਲਾ ਰਹੇ ਨੇ, ਮੈਡੀਟੇਸ਼ਨ ਲਾ ਰਹੇ ਨੇ, ਮਾਲਾ ਫੇਰ ਰਹੇ ਨੇ, ਗੁਫਾਵਾਂ ਵਿੱਚ ਵੜੇ ਹੋਏ ਨੇ, ਭੋਰਿਆਂ ਵਿੱਚ ਵੜੇ ਹੋਏ ਨੇ, ਬਾਬੇ ਬਣ ਗਏ ਨੇ, ਲੰਬੇ ਲੰਬੇ ਚੋਲੇ ਪਾ ਲਏ ਨੇ। ਤਾਂ ਕਿ ਸੈਲਫਿਸ਼ਨੈਸ ਖਤਮ ਹੋਈ ਦੁਨੀਆ 'ਚ? ਮੋਹ ਮੁੱਕਿਆ? ਬਿਲਕੁਲ ਵੀ ਨਹੀਂ।
ਜਿੰਨਾ ਕੁ ਮੋਹ ਸਾਡੇ ਅੰਦਰ ਹੈ ਨਾ, ਸਾਡੇ ਨਾਲੋਂ 10 ਗੁਣਾ ਜ਼ਿਆਦਾ ਤਿਆਗੀ ਸਾਡੇ ਬਾਬਿਆਂ ਦੇ ਵਿੱਚ। ਸਾਡਾ ਤੇ ਇੱਕ ਨਿੱਕਾ ਜਿਹਾ ਘਰ ਹੈ, ਤੇ ਉਹ ਸਾਡਾ ਹੱਕ ਵੀ, ਸਾਡਾ ਫਰਜ਼ ਵੀ ਹੈ। ਗ੍ਰਸਤੀ ਦੇ ਕੋਲ 2 3 4 ਬੈਡਰੂਮ ਵਾਲਾ ਘਰ ਚਾਹੀਦਾ ਹੀ ਹੈ, ਕਿਉਂਕਿ ਉਹਦੇ ਆਪਣੇ ਬੱਚੇ ਨੇ, ਉਹਨੇ ਪਾਲਣੇ ਨੇ, ਉਹ ਕਿਰਤ ਕਰ ਰਿਹਾ ਹੈ। ਲੇਕਿਨ ਬਾਬਿਆਂ ਕੋਲ ਤੇ ਦੇਖ ਲਓ 900 ਕਿੱਲਾ ਜ਼ਮੀਨ, ਪੈਟਰੋਲ ਪੰਪ, ਤੇ ਬੜੇ ਮਾਣ ਦੇ ਨਾਲ ਫਿਰ ਉਹ ਚੇਲੇ ਦਿਖਾਉਂਦੇ ਨੇ, ਸਾਡੇ ਬਾਬੇ ਦੇ ਇੰਨੇ ਪੈਟਰੋਲ ਪੰਪ ਨੇ, ਇੰਨੇ ਸਕੂਲ ਕਾਲਜ ਬਣਾਏ ਨੇ, ਏਡਾ ਵੱਡਾ ਡੇਰਾ ਹੈ, 800-900 ਕਿੱਲਾ ਜ਼ਮੀਨ ਹੈ। ਤੇ ਬਾਬਾ ਜੀ ਹੈ ਕੌਣ ਨੇ? ਤਿਆਗੀ, ਬਿਲਕੁਲ ਤਿਆਗੀ। ਆ ਤੁਸੀਂ ਦੇਖਿਆ ਹੋਣਾ ਇੱਕ ਬਾਬੇ ਦੀ ਫੋਟੋ, ਇੱਕ ਦਿਨ ਮੈਂ ਆਪਣੇ ਸਟੇਟਸ ਤੇ ਵੀ ਪਾਈ ਸੀ। ਸੋਨਾ ਹੈ, ਬਾਹਾਂ ਦੇ ਉੱਤੇ 10 ਦੀਆਂ 10 ਛਾਪਾਂ ਪਾਈਆਂ ਹੋਈਆਂ ਨੇ, ਗਲ ਦੇ ਵਿੱਚ ਜੰਜੀਰੀਆਂ, ਮੇਰੇ ਖਿਆਲ 2-2.5 ਕਿਲੋ ਦੇ ਕਰੀਬ 3 ਕਿਲੋ ਸੋਨਾ ਪਾਇਆ ਹੋਇਆ, ਤੇ ਐਦਾਂ ਵਿਖਾ ਰਿਹਾ ਹੈ। ਤੇ ਉਹ ਕੌਣ ਹੈ? ਤਿਆਗੀ। ਤਾਂ ਕਿ ਮੋਹ ਟੁੱਟ ਗਿਆ ਜਟਾਂ ਵਧਾ ਕੇ, ਪੀਲੇ ਕੱਪੜੇ ਪਾ ਕੇ, ਚਿੱਟੇ ਕੱਪੜੇ ਪਾ ਕੇ, ਸਮਾਧੀਆਂ ਲਾ ਕੇ, ਮੈਡੀਟੇਸ਼ਨ ਕਰਕੇ, ਗ੍ਰਸਤ ਨੂੰ ਛੱਡ ਕੇ, ਕੀ ਮੋਹ ਟੁੱਟ ਗਿਆ? ਮੋਹ ਤੇ ਹੋਰ 10 ਗੁਣਾ ਵਧਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਬਿਨ ਸਤਿਗੁਰ ਮੋਹ ਨਾ ਟੁੱਟੇ। ਜਦੋਂ ਤੱਕ ਬੰਦਾ ਗੁਰੂ ਗਿਆਨ ਦੇ ਅਨੁਸਾਰ ਜ਼ਿੰਦਗੀ ਨਹੀਂ ਜੀਂਦਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਨਹੀਂ ਅਪਣਾਉਂਦਾ, ਜੋ ਗੁਰਬਾਣੀ ਦੇ ਸਿਧਾਂਤ ਨੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਦਾ, ਉਦੋਂ ਤੱਕ ਜ਼ਿੰਦਗੀ ਚੋਂ ਪਕੜ ਨਹੀਂ ਖਤਮ ਹੁੰਦੀ, ਮੋਹ ਖਤਮ ਨਹੀਂ ਹੁੰਦਾ। ਬਾਕੀ ਸਾਰੇ ਕਰਮ ਕਰ ਕਰਕੇ ਥੱਕ ਗਏ ਨੇ, ਬਾਕੀ ਇੰਨੇ ਕਰਮ ਕਰ ਕਰਕੇ ਲੋਕ ਹਾਰ ਚੁੱਕੇ ਨੇ। ਇਸ ਲਈ ਸਭ ਤੋਂ ਜੋ ਉੱਤਮ ਕਰਮ ਹੈ ਜ਼ਿੰਦਗੀ ਨੂੰ ਸਫਲ ਕਰਨ ਲਈ, ਉਹ ਹੈ ਗੁਰਮਤਿ ਅਨੁਸਾਰ ਜ਼ਿੰਦਗੀ ਜੀਣੀ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਗੁਰਮਤਿ ਨਾਮ ਧਿਆਈ ਹੈ। ਗੁਰਮਤਿ ਦਾ ਮਤਲਬ ਗੁਰੂ ਦੀ ਮੱਤ ਰਾਹੀਂ, ਗੁਰੂ ਦੀ ਸਿੱਖਿਆ ਰਾਹੀਂ ਨਾਮ ਧਿਆਈਏ। ਧਿਆਈਏ ਦਾ ਮਤਲਬ ਧਿਆਨ ਵਿੱਚ ਵਸਾਇਆ ਜਾ ਸਕਦਾ ਹੈ, ਤੇ ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਸਿਸਟਮ, ਨਾਮ ਦਾ ਮਤਲਬ ਰੱਬੀ ਗੁਣ। ਤਾਂ ਗੁਰੂ ਦੀ ਮੱਤ ਦੇ ਧਾਰਨੀ ਹੋ ਕੇ ਨਾਮ ਨੂੰ ਧਿਆਨ ਵਿੱਚ ਰੱਖਿਆ ਜਾ ਸਕਦਾ ਹੈ। ਨਾਮ ਦੀ ਸਮਝ ਆਉਂਦੀ ਹੈ, ਹੁਕਮ ਦੀ ਸਮਝ ਆਉਂਦੀ ਹੈ, ਸਾਨੂੰ ਇਹ ਗਿਆਨ ਹੋ ਜਾਂਦਾ ਹੈ ਗੁਰੂ ਦੇ ਰਾਹੀਂ ਕਿ ਅਸੀਂ ਹੁਕਮ ਵਿੱਚ ਚੱਲਣਾ ਹੈ। ਪੂਰੀ ਦੁਨੀਆ ਹੁਕਮ ਵਿੱਚ ਕੰਮ ਕਰ ਰਹੀ ਹੈ, ਕੁਝ ਵੀ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਜੇ ਜੀਵਨ ਨੂੰ ਸਫਲ ਕਰਨਾ ਹੈ ਤਾਂ ਸਾਨੂੰ ਹੁਕਮ ਅਨੁਸਾਰ ਚੱਲਣਾ ਚਾਹੀਦਾ ਹੈ। ਇਸ ਚੀਜ਼ ਦੀ ਸਮਝ ਗੁਰੂ ਦੀ ਮੱਤ ਲੈ ਕੇ ਆਉਂਦੀ ਹੈ। ਬਾਕੀ ਤੁਹਾਨੂੰ ਕਰਮ ਕਾਂਡਾਂ ਵਿੱਚ ਪਾਣਗੇ। ਸੁਖ ਰੱਜਾ ਜਾਂ ਤੁਧ ਪਾਇਆ, ਇਹਨੂੰ ਰੱਜਾ ਨਹੀਂ ਪੜਨਾ ਬਿੰਦੀ ਲਾ ਕੇ, ਰੱਜਾ। ਰੱਜਾ ਦਾ ਮਤਲਬ ਰੱਜ ਗਿਆ। ਜੇ ਪੜਾਂਗੇ ਨਾ ਰੱਜਾ, ਤੇ ਇਹਦਾ ਮਤਲਬ ਹੋ ਜਾਏਗਾ ਮੈਂ ਰੱਜ ਜਾਵਾਂ। ਰੱਜਾ, ਰੱਜ ਗਿਆ। ਸੁਖ ਦੇ ਖੱਖੇ ਨਾਲ ਸਿਹਾਰੀ ਹੈ, ਸੁਖ ਵਿੱਚ। ਰੱਜਾ ਦਾ ਮਤਲਬ ਰੱਜ ਗਿਆ। ਤਾਂ ਜੋ ਪ੍ਰਭੂ ਦਾ ਹੁਕਮ ਹੈ, ਗੁਰੂ ਦੀ ਸਿੱਖਿਆ ਰਾਹੀਂ ਧਿਆਨ ਵਿੱਚ ਟਿਕ ਸਕਦਾ ਹੈ, ਜਾਂ ਧਿਆਨ ਪ੍ਰਭੂ ਦੇ ਹੁਕਮ ਵਿੱਚ ਟਿਕ ਸਕਦਾ ਹੈ। ਤੇ ਜਦੋਂ ਪ੍ਰਭੂ ਨੂੰ ਭਾ ਜਾਏ, ਜਦੋਂ ਪ੍ਰਭੂ ਦੇ ਭਾਣੇ ਵਿੱਚ ਬੰਦਾ ਤੁਰੇ, ਤਾਂ ਸੁਖ ਵਿੱਚ ਟਿਕ ਕੇ ਰੱਜ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ, ਫਿਰ ਮੋਹ ਖਤਮ ਹੋ ਜਾਂਦਾ ਹੈ, ਸੈਟਿਸਫੈਕਸ਼ਨ, ਸੈਟਿਸਫਾਈ ਹੋ ਜਾਂਦਾ ਹੈ। ਕਦੋਂ? ਜਦੋਂ ਗੁਰੂ ਦੀ ਮੱਤ ਤੇ ਚੱਲ ਕੇ ਰੱਬੀ ਰਜਾ ਵਿੱਚ ਤੁਰਦਾ ਹੈ। ਰੱਬੀ ਰਜਾ ਵਿੱਚ ਤੁਰਨ ਕਰਕੇ ਪ੍ਰਭੂ ਨੂੰ ਭਾ ਜਾਂਦਾ ਹੈ, ਭਾਵ ਪ੍ਰਭੂ ਦੇ ਭਾਣੇ ਦਾ ਪਾਤਰ ਬਣਦਾ ਹੈ, ਤਾਂ ਫਿਰ ਸੁਖ ਦੇ ਅੰਦਰ ਟਿਕ ਕੇ ਬੰਦਾ ਰੱਜ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ, ਤ੍ਰਿਪਤ ਹੋ ਜਾਂਦਾ ਹੈ। ਜਦੋਂ ਸਮਝ ਆ ਜਾਏ ਨਾ ਕਿ ਇਹ ਸਾਰਾ ਕੁਝ ਸਿਸਟਮ ਦੇ ਵਿੱਚ ਹੈ, ਸਿਸਟਮ ਤੋਂ ਬਾਹਰ ਮੈਂ ਕੁਝ ਨਹੀਂ ਕਰ ਸਕਦਾ, ਜੋ ਕੁਝ ਮੈਨੂੰ ਮਿਲਿਆ ਹੈ ਇਹ ਸਾਰਾ ਸਿਸਟਮ ਦੇ ਵਿੱਚ ਮਿਲਿਆ ਹੈ, ਤੇ ਜੇ ਮੈਂ ਅੱਗੇ ਵੀ ਐਵੇਂ ਹੀ ਜੀਵਾਂਗਾ ਤੇ ਇੰਨਾ ਕੁਝ ਮਿਲੇਗਾ ਜੋ ਹੁਣ ਤੱਕ ਮਿਲਿਆ ਹੈ। ਤੇ ਜੇ ਮੈਂ ਐਕਸਟਰਾ ਕੁਝ ਪਾਣਾ ਚਾਹਨਾ ਤਾਂ ਮੈਨੂੰ ਰੱਬੀ ਹੁਕਮ ਨੂੰ ਫੋਲੋ ਕਰਨਾ ਪਵੇਗਾ, ਮੈਨੂੰ ਕੁਝ ਐਕਸਟਰਾ ਜਿਹੜਾ ਹੈ ਕਰਨਾ ਪਵੇਗਾ, ਤਾਂ ਮੈਨੂੰ ਕੁਝ ਐਕਸਟਰਾ ਮਿਲੇਗਾ। ਕੁੱਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ। ਧਨ ਹੈ ਐਸੇ ਮਨੁੱਖ ਦੀ ਜਨਮ ਦੇਣ ਵਾਲੀ ਮਾਂ, ਐਸਾ ਬੰਦਾ ਆਪਣੇ ਕੁੱਲ ਨੂੰ ਉਧਾਰ ਲੈਂਦਾ ਹੈ। ਇੱਕ ਤਾਂ ਕੁੱਲ ਹੈ ਸਾਡੇ ਗਿਆਨ ਇੰਦਰੀ, ਤੇ ਦੂਜਾ ਕੁੱਲ ਦਾ ਮਤਲਬ ਜਿਹੜਾ ਉਹਦੇ ਨਾਲ ਜੁੜੇਗਾ ਕੁੱਲ ਦੇ ਵਿੱਚੋਂ, ਜੇ ਕੋਈ ਚਾਚਾ ਤਾਇਆ ਉਹਦੀ ਗੱਲ ਮੰਨ ਲਵੇ ਤੇ ਚਾਚਾ ਤਾਇਆ ਤਰ ਜਾਏਗਾ, ਨਾਨਕਿਆਂ ਦਾਦਕਿਆਂ ਸਹੁਰਿਆਂ ਤੋਂ ਜੇ ਕੋਈ ਉਹਦੀ ਗੱਲ ਨੂੰ ਮੰਨੇਗਾ ਤੇ ਉਹ ਤਰ ਜਾਏਗਾ। ਕੁੱਲ ਉਧਾਰੇ ਆਪਣਾ, ਧਨ ਜਣੇਂਦੀ ਮਾਇਆ। ਇੱਥੇ ਮਾਂ ਦਾ ਮਤਲਬ ਮੱਤ ਵੀ ਹੈ, ਕਿ ਉਹਦੀ ਮੱਤ ਧਨ ਹੈ,
ਜਿਸ ਨੇ ਐਸੇ ਵਿਚਾਰਾਂ ਨੂੰ ਜਨਮ ਦਿੱਤਾ ਹੈ। ਤੇ ਉਹਦੀ ਜਗਤ ਜਨਨੀ ਵੀ ਧੰਤਾ ਯੋਗ ਹੈ। ਲੋਕ ਉਹਨੂੰ ਵੀ ਧੰਨ ਕਹਿਣਗੇ ਵੀ ਧੰਨ ਹੈ ਮਾਂ ਜਿਹਨੇ ਜੰਮਿਆ ਹੈ, ਧੰਨ ਹੈ ਪਿਓ ਜਿਹਨੇ ਜੰਮਿਆ ਹੈ, ਕਿਸੇ ਚੰਗੇ ਖਾਨਦਾਨ ਦਾ। ਆਮ ਅਸੀਂ ਕਹਿੰਦੇ ਆ ਨਾ ਇਹ ਗੱਲ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਧੰਨ ਹੈ ਉਸ ਜੀਵ ਦੀ ਜਨਮ ਦੇਣ ਵਾਲੀ, ਔਰ ਉਹ ਆਪਣੇ ਕੁੱਲਾਂ ਨੂੰ ਵੀ ਤਾਰ ਲੈਂਦਾ ਹੈ। ਮਾਤਾ ਮਤ ਪਿਤਾ ਸੰਤੋਖ। ਦੇਖੋ ਐਸਾ ਜਨਮ ਸਾਡੇ ਮੱਤ ਨੇ ਦੇਣਾ ਹੈ ਸਾਨੂੰ। ਜੇ ਮੱਤ ਮਾੜੀ ਹੈ ਤਾਂ ਬੰਦਾ ਮਾੜਾ ਹੋਏਗਾ, ਜੇ ਮੱਤ ਚੰਗੀ ਹੈ ਤਾਂ ਬੰਦਾ ਚੰਗਾ ਹੋਏਗਾ। ਤਾਂ ਇੱਥੇ ਮੱਤ ਔਰ ਮਾਂ ਦੋਹਾਂ ਦੀ ਗੱਲ ਹੈ। ਜਨਨੀ ਵੀ ਧੰਤਾ ਯੋਗ ਹੈ, ਮੱਤ ਵੀ ਧੰਤਾ ਯੋਗ ਹੈ, ਜਿਨੇ ਇੱਕ ਐਸਾ ਇਨਸਾਨ ਪੈਦਾ ਕਰ ਦਿੱਤਾ ਜਿਹੜਾ ਆਪਣੇ ਗਿਆਨ ਇੰਦਰੀਆਂ ਦਾ ਸਾਰਿਆਂ ਦਾ ਉਧਾਰ ਕਰਦਾ ਹੈ। ਤੇ ਜੋ ਆਪਣੇ ਕੁੱਲਾਂ ਦਾ ਵੀ ਉਧਾਰ ਕਰ ਲੈਂਦਾ ਹੈ, ਕੁੱਲਾਂ ਵਿੱਚੋਂ ਵੀ ਜਿਹੜਾ ਉਹਦੇ ਨਾਲ ਜੁੜੇਗਾ ਉਹਦਾ ਉਧਾਰ ਹੋ ਜਾਏਗਾ। ਸ਼ੋਭਾ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚਿੱਤ ਲਾਇਆ। ਸ਼ੋਭਾ ਸੁਰਤ, ਉਹਦੀ ਸ਼ੋਭਾ ਤੇ ਸੁਰਤ ਦਾ ਮਤਲਬ ਹੈ ਸਮਝ। ਜਿਸ ਨੇ ਪ੍ਰਭੂ ਨਾਲ ਚਿੱਤ ਜੋੜਿਆ ਹੈ ਉਹਦੀ ਸ਼ੋਭਾ ਹੁੰਦੀ ਹੈ ਤੇ ਉਹਦੀ ਸੂਝ ਚੰਗੀ ਬਣ ਜਾਂਦੀ ਹੈ, ਸੁਹਾਵਣੀ ਹੋ ਜਾਂਦੀ। ਉਹਦੀ ਸੂਝ, ਉਹਦੀ ਸੋਚ, ਉਹਦੀ ਮੈਂਟੈਲਿਟੀ ਸੁਹਾਵਣੀ ਹੋ ਜਾਂਦੀ ਹੈ। ਜਿਨ ਹਰ ਸੇਤੀ ਚਿੱਤ ਲਾਇਆ, ਜਿਨਨੇ ਹਰੀ ਦੇ ਨਾਲ, ਰੱਬੀ ਗੁਣਾਂ ਦੇ ਨਾਲ ਆਪਣੇ ਚਿੱਤ ਨੂੰ ਜੋੜ ਲਿਆ, ਜਿਸ ਨੇ ਆਪਣੀ ਯਾਦ ਦੇ ਅੰਦਰ ਰੱਬੀ ਗੁਣਾਂ ਨੂੰ ਵਸਾ ਲਿਆ, ਤਾਂ ਉਹਦੀ ਸੋਚ ਵੀ ਸੁਹਾਵਣੀ ਹੋ ਜਾਏਗੀ, ਕਿਉਂਕਿ ਸੋਚ ਦੇ ਅੰਦਰ ਰੱਬੀ ਗੁਣ ਵਸ ਗਏ ਨਾ। ਸੋਚ ਕਰਕੇ ਹੀ ਅਸੀਂ ਵਰਤਣਾ ਹੈ। ਗੰਗੂ ਦੀ ਸੋਚ ਹੀ ਸੀ ਨਾ ਮਾੜੀ, ਦੂਜੇ ਪਾਸੇ ਗਨੀ ਖਾਨ ਨਬੀ ਖਾਨ ਦੀ ਸੋਚ ਹੀ ਮਹਾਨ ਹੈ ਨਾ। ਗੱਲ ਸੋਚ ਦੀ ਹੈ। ਜਿੱਥੇ ਸ਼ੁਭ ਗੁਣ ਹੋਣਗੇ ਉਹਦੀ ਸੋਚ, ਉਹਦੀ ਸਮਝ, ਉਹਦੀ ਸੂਝ ਸੁਹਾਵਣੀ ਹੋਏਗੀ। ਤੇ ਜਿਨਨੇ ਆਪਣੇ ਹਰੀ ਦੇ ਅੰਦਰ ਚਿੱਤ ਲਾਇਆ ਹੈ ਉਸ ਬੰਦੇ ਦੀ ਸ਼ੋਭਾ ਵੀ ਸੁਹਾਵਣੀ ਹੋਏਗੀ। ਉਹਦੀ ਸੰਸਾਰ ਸ਼ੋਭਾ ਕਰੇਗਾ ਤੇ ਉਹ ਸ਼ੋਭਾ ਬਨੌਟੀ ਨਹੀਂ ਹੋਏਗੀ, ਸੱਚੀ ਸ਼ੋਭਾ ਹੋਏਗੀ। ਹੁਣ ਭਾਈ ਮਤੀ ਦਾਸ, ਭਾਈ ਸਤੀ ਦਾਸ ਦੀ ਸ਼ੋਭਾ ਬਨੌਟੀ ਨਹੀਂ ਹੈ, ਸੱਚੀ ਹੈ। ਦਿਆਲਾ ਜੀ ਦੀ ਸ਼ੋਭਾ ਸੱਚੀ ਹੈ। ਭਾਈ ਕਨਈਆ ਜੀ ਦੀ ਸ਼ੋਭਾ ਸੱਚੀ ਹੈ। ਹੁਣ ਜਿਵੇਂ ਭਗਤ ਪੂਰਨ ਸਿੰਘ ਜੀ ਨੇ, ਉਹਨਾਂ ਦੀ ਸ਼ੋਭਾ ਸੱਚੀ ਹੈ। ਤੇ ਜੇ ਸਾਡੇ ਵਿੱਚੋਂ ਕੋਈ ਇਹੋ ਜਿਹੇ ਕੰਮ ਕਰੇਗਾ ਤਾਂ ਉਹਦੀ ਵੀ ਸ਼ੋਭਾ ਸੱਚੀ ਹੋਏਗੀ, ਲੋਕ ਉਹਦੀ ਸ਼ੋਭਾ ਕਰਨਗੇ, ਕਿਉਂਕਿ ਚੰਗੇ ਕੰਮ ਦੇ ਨਾਲ ਹੀ ਸ਼ੋਭਾ ਮਿਲਦੀ ਹੈ, ਮਾਣ ਮਿਲਦਾ ਹੈ, ਇੱਜ਼ਤ ਮਿਲਦੀ ਹੈ। ਤਾਂ ਇਸ ਲਈ ਜੇ ਕੋਈ ਚਾਹੁੰਦਾ ਹੈ ਕਿ ਮੈਨੂੰ ਇਸ ਦੁਨੀਆ ਵਿੱਚ ਮਾਣ ਮਿਲੇ, ਇੱਜ਼ਤ ਔਰ ਸਤਿਕਾਰ ਮਿਲੇ, ਤਾਂ ਉਹ ਗੱਲਾਂ ਨਾਲ ਨਹੀਂ ਮਿਲਣਾ, ਚੰਗੇ ਕੰਮ ਕਰਨ ਦੇ ਨਾਲ ਮਿਲੇਗਾ, ਚੰਗੀ ਸੂਝ ਦੇ ਨਾਲ ਮਿਲੇਗਾ, ਚੰਗੀ ਸਮਝ ਦੇ ਨਾਲ ਮਿਲੇਗਾ, ਚੰਗੀ ਮੈਂਟੈਲਿਟੀ ਦੇ ਨਾਲ ਮਿਲੇਗਾ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਰੱਬੀ ਗੁਣਾਂ ਦੇ ਨਾਲ ਆਪਣਾ ਚਿੱਤ ਜੋੜ ਲਿਆ, ਉਹਨਾਂ ਦੀ ਸੂਝ ਸੁਹਾਵਣੀ ਹੋ ਗਈ, ਉਹਨਾਂ ਦੀ ਸ਼ੋਭਾ ਸੁਹਾਵਣੀ ਹੋ ਗਈ। ਅੱਖੀ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਹੁਣ ਅਸੀਂ ਚੰਗੇ ਇਨਸਾਨ ਕਿਵੇਂ ਹੋ ਸਕਦੇ ਹਾਂ? ਅਸੀਂ ਰੱਬ ਦੇ ਅੰਦਰ ਕਿਵੇਂ ਸਮਾ ਸਕਦੇ ਹਾਂ? ਰੱਬ ਵਰਗੇ ਕਿਵੇਂ ਹੋ ਸਕਦੇ ਹਾਂ? ਧੰਨ ਗੁਰੂ ਅੰਗਦ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਅੱਖੀ ਬਾਝੋਂ ਵੇਖਣਾ। ਜੇ ਅਸੀਂ ਅੱਖਾਂ ਤੋਂ ਬਿਨਾਂ ਵੇਖੀਏ, ਅੱਖਾਂ ਤੋਂ ਬਿਨਾਂ ਵੇਖੀਏ, ਹੁਣ ਦੇਖੋ ਅੱਖਾਂ ਤੋਂ ਬਿਨਾਂ ਤੇ ਦਿਸਦਾ ਨਹੀਂ। ਅੱਖਾਂ ਹੁਣ ਮੈਂ ਬੰਦ ਕਰ ਲਈਆਂ, ਮੈਨੂੰ ਤੁਸੀਂ ਦਿਸ ਨਹੀਂ ਰਹੇ, ਮੇਰੇ ਸਾਹਮਣੇ ਮੇਰਾ ਪਿਆ ਹੋਇਆ ਲੈਪਟਾਪ ਨਹੀਂ ਨਜ਼ਰ ਪੈ ਰਿਹਾ, ਅੱਖਾਂ ਬੰਦ ਕਰ ਲਈਆਂ। ਹੁਣ ਤੁਸੀਂ ਅੱਖਾਂ ਬੰਦ ਕਰੋਗੇ, ਕੁਝ ਨਹੀਂ ਦਿਸਣਾ। ਅੱਖੀ ਬਾਝੋਂ ਵੇਖਣਾ, ਇਹਦਾ ਮੀਨਿੰਗ ਕੀ ਹੈ? ਅੱਖੀ ਬਾਝੋਂ ਵੇਖਣਾ ਦਾ ਮੀਨਿੰਗ ਇਹ ਹੈ ਕਿ ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵੱਲੋਂ ਇਹਨਾਂ ਨੂੰ ਹਟਾ ਲਵੀਏ, ਲਲਚਾਈਆਂ ਨਜ਼ਰਾਂ ਦੇ ਨਾਲ ਪਰ ਤਨ ਔਰ ਪਰ ਧਨ ਨੂੰ ਤੱਕਦੇ ਆ ਨਾ, ਜੇ ਇਹਨਾਂ ਇਸ ਨਜ਼ਰੀਏ ਨੂੰ ਬਦਲ ਲਵੀਏ ਤਾਂ ਫਿਰ ਸਾਨੂੰ ਰੱਬ ਵਿਖੇਗਾ। ਫਿਰ ਇਸ ਸੰਸਾਰ ਨੂੰ ਦੇਖੋ, ਫਿਰ ਇਹ ਸੰਸਾਰ ਹੋਰ ਦਿਸੇਗਾ। ਸਾਹਮਣੇ ਔਰਤ ਆ ਰਹੀ ਹੈ ਤੇ ਉਸ ਔਰਤ ਨੂੰ ਪਰਾਈ ਸਮਝ ਕੇ ਤੁਸੀਂ ਤੱਕ ਰਹੇ ਹੋ, ਤੇ ਜੇ ਉਹਦੀ ਬਜਾਏ ਇਸ ਸੁਰਤ ਨੂੰ ਹਟਾ ਕੇ, ਅੱਖੀਂ ਬਾਝੋਂ ਦਾ ਮਤਲਬ ਇਸ ਸਮਝ ਨੂੰ ਪਾਸੇ ਕਰਕੇ ਆਪਣੀ ਧੀ ਭੈਣ ਜਾਂ ਮਾਂ ਦੀ ਤਰ੍ਹਾਂ ਵੇਖੋ ਕਿ ਮੇਰੀ ਮਾਂ ਆ ਰਹੀ ਹੈ, ਮੇਰੀ ਭੈਣ ਆ ਰਹੀ ਹੈ, ਮੇਰੀ ਬੇਟੀ ਆ ਰਹੀ ਹੈ, ਫਿਰ ਤੁਹਾਨੂੰ ਕੁਝ ਹੋਰ ਦਿਸ ਰਿਹਾ ਹੈ। ਪਰ ਜਦੋਂ ਆਪਣੀ ਬੇਟੀ ਦੀ ਤਰ੍ਹਾਂ ਨਾ ਵੇਖ ਕੇ ਵੇਖ ਰਹੇ ਹੋ, ਫਿਰ ਤੁਹਾਨੂੰ ਕੁਝ ਹੋਰ ਦਿਸ ਰਿਹਾ ਹੈ, ਅੰਦਰ ਵਰਤਾਰਾ ਕੁਝ ਹੋਰ ਹੈ। ਅੱਖੀਂ ਬਾਝੋਂ ਵੇਖਣਾ ਦਾ ਮਤਲਬ ਪਰ ਤ੍ਰਿਏ ਪਰ ਤਨ ਰੂਪ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਵੇਖਣ ਨੂੰ ਪਾਸੇ ਕਰਕੇ ਜਗਤ ਨੂੰ ਵੇਖੋ। ਵਿਣ ਕੰਨਾਂ ਸੁਣਨਾ,
ਕੰਨਾਂ ਤੋਂ ਬਿਨਾਂ ਸੁਣੋ। ਹੁਣ ਕੰਨਾਂ ਤੋਂ ਬਿਨਾਂ ਕਿਵੇਂ ਸੁਣੋ? ਅਸੀਂ ਕੰਨਾਂ ਦੇ ਨਾਲ ਨਿੰਦਾ ਸੁਣਦੇ ਹਾਂ, ਚੁਗਲੀ ਸੁਣਦੇ ਹਾਂ। ਇਸ ਔਗਣ ਨੂੰ ਛੱਡ ਕੇ ਫਿਰ ਸੁਣੋ, ਤੇ ਪਿੱਛੇ ਸੁਣਨ ਲਈ ਫਿਰ ਕੀ ਬਚੇਗਾ? ਸੱਚ, ਦਇਆ, ਪ੍ਰੇਮ ਆਦਿ। ਯਾਨੀ ਜੋ ਸਾਡੀ ਬਿਰਤੀ ਹੈ, ਇਸ ਬਿਰਤੀ ਨੂੰ ਬਦਲੋ। ਪੈਰਾਂ ਬਾਝੋਂ ਚੱਲਣਾ, ਪੈਰਾਂ ਤੋਂ ਬਿਨਾਂ ਤੁਰੋ। ਹੁਣ ਪੈਰਾਂ ਤੋਂ ਬਿਨਾਂ ਤੁਰਨਾ ਕੀ ਹੈ? ਪੈਰਾਂ ਤੋਂ ਬਿਨਾਂ ਤੁਰਨ ਦਾ ਭਾਵ ਹੈ ਕਿ ਜਿਵੇਂ ਵਿਕਾਰਾਂ ਵਾਲੇ ਪਾਸੇ ਪੈਰ ਨਾ ਜਾਣ, ਮਾੜੇ ਪਾਸੇ ਕਦਮ ਨਾ ਪੁੱਟੋ। ਵਿਣ ਹੱਥਾਂ ਕਰਨਾ, ਬਿਨਾਂ ਹੱਥਾਂ ਤੋਂ ਕਰੋ ਕੁਛ। ਬਿਨਾਂ ਹੱਥਾਂ ਤੋਂ ਕਰਨ ਦਾ ਮਤਲਬ ਕਿ ਠੱਗੀਆਂ ਨਾ ਮਾਰੋ, ਪਰਾਇਆ ਨੁਕਸਾਨ ਕਰਨ ਵੱਲੋਂ ਹੱਥਾਂ ਨੂੰ ਰੋਕ ਕੇ ਰੱਖੋ। ਇਹ ਹੈ ਬਿਨਾਂ ਹੱਥਾਂ ਤੋਂ ਤੁਰਨਾ। ਅਗਲਾ ਬਚਨ ਕਰਦੇ ਨੇ, ਜੀਭ ਹੈ ਬਾਝੋਂ ਬੋਲਣਾ। ਜੀਭ ਤੋਂ ਬਿਨਾਂ ਬੋਲੋ। ਹੁਣ ਜੀਭ ਤੋਂ ਬਿਨਾਂ ਬੋਲਣ ਦਾ ਮਤਲਬ ਕੀ ਹੈ? ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ, ਨਿੰਦਿਆ ਕਰਨ ਦੀ ਜਿਹੜੀ ਵਾਦੀ ਹੈ, ਝੂਠ ਬੋਲਣ ਦੀ ਵਾਦੀ ਹੈ, ਕੌੜਾ ਬੋਲਣ ਦੀ ਵਾਦੀ ਹੈ, ਇਹਨੂੰ ਹਟਾ ਕੇ ਬੋਲੋ। ਇਉਂ ਜੀਵਤ ਮਰਨਾ, ਇੰਜ ਜਿਉਂਦਿਆਂ ਮਰ ਜਾਈਦਾ। ਇਹਨੂੰ ਕਹਿੰਦੇ ਨੇ ਜਿਉਂਦਿਆਂ ਹੀ ਮਰਨਾ। ਜੀਵਤ ਭਾਵ ਤੋਂ ਮਰ ਜਾਣਾ, ਆਪੇ ਭਾਵ ਤੋਂ ਮਰ ਜਾਣਾ। ਇਸ ਲਈ ਜ਼ਰੂਰਤ ਹੈ ਅੱਖੀਂ ਬਾਝੋਂ ਵੇਖਣਾ। ਜੇ ਸੁਰਤ ਦੇ ਅੰਦਰ ਸੱਚ ਹੈ ਤਾਂ ਸੁਰਤ ਰਾਹੀਂ ਤੁਸੀਂ ਉਹਨੂੰ ਦੇਖ ਸਕਦੇ ਹੋ। ਦੇਖੋ ਹੁਣ ਤੁਸੀਂ ਇੱਥੇ ਬੈਠੇ ਹੋ ਨਾ ਇੰਗਲੈਂਡ ਵਿੱਚ, ਮੈਂ ਇੱਥੇ ਇੰਗਲੈਂਡ ਬੈਠਾ ਹਾਂ, ਤੇ ਜੇ ਮੈਂ ਵੇਖਣਾ ਚਾਹਾਂ ਆਪਣੇ ਪਰਿਵਾਰ ਨੂੰ ਤਾਂ ਹੁਣ ਮੈਨੂੰ ਆਪਣਾ ਘਰ ਦਿਸ ਰਿਹਾ ਨਾ, ਤਾਂ ਅੱਖਾਂ ਤੋਂ ਬਿਨਾਂ ਹੀ ਦਿਸ ਰਿਹਾ ਹੈ, ਸੁਰਤ ਰਾਹੀਂ। ਜੇ ਮੈਂ ਸੁਣਨੀ ਚਾਹਾਂ ਆਵਾਜ਼ ਤਾਂ ਮੈਨੂੰ ਕੰਨਾਂ ਤੋਂ ਬਿਨਾਂ ਹੀ ਸੁਣੇਗਾ। ਯਾਨੀ ਸੁਰਤ ਦੇ ਅੰਦਰ ਇਹ ਗੁਣ ਹੋਣੇ ਚਾਹੀਦੇ ਨੇ, ਸ਼ੁਭ ਗੁਣ, ਸੱਚਾਈ, ਪਿਆਰ, ਮੁਹੱਬਤ। ਔਰ ਇਹਨਾਂ ਇੰਦਰੀਆਂ ਨੂੰ ਜਿਹੜੇ ਨੇ ਵਿਕਾਰਾਂ ਵੱਲੋਂ ਰੋਕ ਕੇ ਜੀਣਾ, ਇਹਨੂੰ ਕਹਿੰਦੇ ਨੇ ਜੀਵਤ ਮਰਨਾ। ਇਹਨੂੰ ਕਹਿੰਦੇ ਨੇ ਜੀਭ ਤੋਂ ਬਿਨਾਂ ਬੋਲਣਾ, ਯਾਨੀ ਨਿੰਦਿਆ ਚੁਗਲੀ ਨਾ ਕਰਨੀ। ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਹੁਣ ਇਸ ਪੰਕਤੀ ਦੇ ਅੰਦਰ ਇਹਨਾਂ ਚੀਜ਼ਾਂ ਨੂੰ ਸਪਸ਼ਟ ਕਰ ਰਹੇ ਨੇ। ਨਾਨਕ ਹੁਕਮ ਪਛਾਣ ਕੇ, ਹੁਕਮ ਦੀ ਪਛਾਣ ਕਰਕੇ, ਯਾਨੀ ਹੁਕਮ ਦੇ ਅੰਦਰ ਤੁਰੀਏ। ਤੋ ਖਸਮੇ ਮਿਲਣਾ, ਤਾਂ ਬੰਦਾ ਖਸਮ ਨੂੰ ਮਿਲ ਜਾਂਦਾ ਹੈ, ਰੱਬ ਨੂੰ ਮਿਲ ਜਾਂਦਾ। ਦੇਖੋ ਹੁਕਮ ਦੇ ਅੰਦਰ ਤੁਰਨਾ ਹੀ ਰੱਬ ਨੂੰ ਮਿਲਣਾ ਹੈ। ਹੋਰ ਕੋਈ ਭਗਤੀ ਕਰਨਾ, ਸਮਾਧੀਆਂ ਲਾਣਾ ਨਹੀਂ ਕਿ ਸਵੇਰੇ 2 ਘੰਟੇ ਸਮਾਧੀ ਲਾ ਕੇ ਅੱਖਾਂ ਮੂੰਦ ਕੇ ਬੈਠ ਜਾਓ। ਸਮਾਧੀਆਂ ਦਾ ਖੰਡਨ ਜਪਜੀ ਸਾਹਿਬ ਦੀਆਂ ਪਹਿਲੀਆਂ ਪੰਕਤੀਆਂ ਵਿੱਚ ਹੀ ਕਰ ਦਿੱਤਾ ਹੈ। ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ। ਸੁਚਮਤਾ ਦਾ ਭਰਮ ਪਹਿਲੀ ਪੰਕਤੀ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਖਤਮ ਕਰਤਾ ਹੈ, ਸੋਚੈ ਸੋਚ ਨਾ ਹੋਵੇ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਹੈ ਕਿ ਇੱਕ ਹੀ ਸਾਧਨ ਹੈ ਸਚਿਆਰ ਹੋਣ ਦਾ, ਤੇ ਉਹ ਹੈ ਹੁਕਮ ਰਜ਼ਾਈ ਚੱਲਣਾ। ਤੇ ਇੱਥੇ ਵੀ ਗੁਰੂ ਜੀ ਕਹਿ ਰਹੇ ਨੇ, ਨਾਨਕ ਹੁਕਮ ਪਛਾਣ ਕੇ ਤੋ ਖਸਮੇ ਮਿਲਣਾ। ਰੱਬ ਦਾ ਮਿਲਾਪ ਹੁੰਦਾ ਹੈ ਜੇ ਰੱਬੀ ਹੁਕਮ ਨੂੰ ਪਛਾਣੀਏ। ਹੁਕਮ ਨੂੰ ਪਛਾਣੀਏ ਦਾ ਮਤਲਬ ਹੁਕਮ ਦੇ ਵਿੱਚ ਤੁਰੀਏ। ਜੋ ਕੁਦਰਤੀ ਨਿਯਮਾਵਲੀ ਹੈ, ਲਾ ਆਫ ਨੇਚਰ ਹੈ, ਇਹਨੂੰ ਫੋਲੋ ਕਰੀਏ। ਜੋ ਸਾਡੇ ਫਰਜ਼ ਨੇ, ਸੱਚ ਨੂੰ ਬੇਸ ਬਣਾ ਕੇ ਉਹਨਾਂ ਫਰਜ਼ਾਂ ਨੂੰ ਪੂਰੀਆਂ ਕਰੀਏ, ਤਾਂ ਰੱਬ ਦੇ ਨਾਲ ਮਿਲਿਆ ਜਾ ਸਕਦਾ ਹੈ। ਐਵੇਂ ਮਾਲਾ ਫੇਰ ਫੇਰ ਕੇ ਤੇ ਚੋਲੇ ਪਾ ਪਾ ਕੇ ਜੰਗਲਾਂ 'ਚ ਵਿਚਰ ਵਿਚਰ ਕੇ ਨਹੀਂ, ਵਰਤਨ ਰਾਤੇ ਸਰਾਧਾਂ ਨਾਲ ਨਹੀਂ, ਜੋਤਸ਼ੀਆਂ ਨਾਲ ਮਿਲ ਮਿਲ ਕੇ ਨਹੀਂ, ਬਾਬਿਆਂ ਦੇ ਅੱਗੇ ਮੱਥੇ ਰਗੜ ਰਗੜ ਕੇ ਨਹੀਂ, ਗੁਫਾਵਾਂ ਵਿੱਚ ਵੜ ਵੜ ਕੇ ਨਹੀਂ, ਹੁਕਮ ਵਿੱਚ ਤੁਰ ਕੇ, ਹੁਕਮ ਦੇ ਅੰਦਰ ਚੱਲ ਕੇ, ਰਜਾ ਦੇ ਵਿੱਚ ਤੁਰ ਕੇ, ਰੱਬੀ ਸਿਸਟਮ ਨੂੰ ਪਛਾਣ ਕੇ। ਹਰ ਚੀਜ਼ ਦਾ ਕੋਈ ਸਿਸਟਮ ਹੈ, ਕੁਝ ਫਰਜ਼ ਨੇ ਸਾਡੇ, ਉਹਨਾਂ ਫਰਜ਼ਾਂ ਨੂੰ ਪੂਰਾ ਕਰਕੇ। ਦਿਸੈ ਸੁਣੀਏ ਜਾਣੀਏ ਸਾਉ ਨਾ ਪਾਇਆ ਜਾਏ। ਸਾਉ ਦਾ ਮਤਲਬ ਸਵਾਦ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰੱਬ ਕੁਦਰਤ ਦੇ ਵਿੱਚ ਦਿਸਦਾ ਹੈ, ਦਿਸੈ, ਦਿਸ ਰਿਹਾ ਹੈ। ਸੁਣੀਏ, ਸੁਣਿਆ ਜਾਂਦਾ ਹੈ, ਅਸੀਂ ਸੁਣਦੇ ਹਾਂ ਕਿ ਰੱਬ ਕਣ ਕਣ ਵਿੱਚ ਵਸਿਆ ਹੋਇਆ ਹੈ। ਜਾਣੀਏ ਦਾ ਮਤਲਬ ਜਾਣ ਰਹੇ ਹਾਂ, ਪ੍ਰਭੂ ਕੁਦਰਤ ਦੇ ਵਿੱਚ ਦਿਸ ਰਿਹਾ ਹੈ। ਉਹਦੀ ਜੀਵਨ ਰੋ ਸਾਰੀ ਰਚਨਾ ਵਿੱਚ ਸੁਣੀ ਜਾ ਰਹੀ ਹੈ। ਉਹਦੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਉਹ ਕੁਦਰਤ ਦੇ ਵਿੱਚ ਮੌਜੂਦ ਹੈ। ਸਾਉ ਨਾ ਪਾਇਆ ਜਾਏ, ਪਰ ਉਹਦਾ ਸਵਾਦ ਨਹੀਂ ਹੁੰਦਾ, ਮਿਲਾਪ ਨਹੀਂ ਹੁੰਦਾ। ਸਵਾਦ, ਸਾਉ ਦਾ ਮਤਲਬ ਮਿਲਾਪ ਦਾ ਆਨੰਦ। ਸਾਨੂੰ ਪ੍ਰਤੀਤ ਹੋ ਰਿਹਾ ਹੈ ਕਿ ਕੁਦਰਤ ਵਿੱਚ ਹੈ, ਦਿਸਦਾ ਹੈ, ਸੁਣੀਦਾ ਹੈ, ਪਰ ਉਹਦਾ ਰਸ ਨਹੀਂ ਨਾ ਹੁੰਦਾ, ਉਹਦੇ ਮਿਲਾਪ ਦਾ ਰਸ ਨਹੀਂ ਆ ਰਿਹਾ। ਹੁਣ ਕਿਉਂ ਨਹੀਂ ਆ ਰਿਹਾ? ਗੁਰੂ ਜੀ ਕਹਿੰਦੇ ਨੇ ਮਨੁੱਖ ਦੇ ਜੀਵਨ ਦਾ ਇਹੀ ਸਭ ਤੋਂ ਵੱਡਾ ਦੁਖਾਂਤ ਹੈ ਕਿ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚਿਤ ਨਾ ਆਵੇ ਕਿਤੜਾ ਦੁੱਖ ਗਣਾ। ਜਿਹੜਾ ਪ੍ਰਭੂ ਜਲਾਂ ਥਲਾਂ ਧਰਤੀ ਆਕਾਸ਼ ਅੰਦਰ ਸਮਾਇਆ ਹੋਵੇ,
ਉਹਦੇ ਨਾਲ ਅਸੀਂ ਮਿਲ ਨਾ ਸਕੀਏ, ਉਹਦਾ ਸਵਾਦ ਨਾ ਮਾਣ ਸਕੀਏ, ਇਹੀ ਤੇ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਹੈ। ਤੇ ਹੁਣ ਸਾਡਾ ਨਾ ਸਵਾਲ ਹੋ ਸਕਦਾ ਹੈ ਵੀ ਜਿਹੜਾ ਗੁਰੂ ਜੀ ਕਹਿ ਰਹੇ ਨੇ ਦਿਸ ਵੀ ਰਿਹਾ ਹੈ, ਸੁਣਿਆ ਵੀ ਜਾ ਰਿਹਾ ਹੈ, ਜਾਣਿਆ ਵੀ ਜਾ ਰਿਹਾ, ਤੇ ਫਿਰ ਵੀ ਉਹਦਾ ਰਸ ਕਿਉਂ ਨਹੀਂ ਆ ਰਿਹਾ? ਇਹ ਗੱਲ ਸਾਡੀ ਨਾ ਸਮਝ ਚ ਨਹੀਂ ਆਏਗੀ। ਤੇ ਇਹਨੂੰ ਸਮਝਣ ਵਾਸਤੇ ਇੱਕ ਦੁਨੀਆ ਦੀ ਨਿੱਕੀ ਜਿਹੀ ਮਿਸਾਲ ਲਓ। ਤੁਹਾਡੇ ਸਾਹਮਣੇ ਖੀਰ ਬਣੀ ਪਈ ਹੈ, ਤੁਹਾਨੂੰ ਖੀਰ ਦਿਸ ਰਹੀ ਹੈ, ਤੁਹਾਨੂੰ ਸੁਣ ਰਹੀ ਹੈ ਆਵਾਜ਼ ਕਿ ਜਿਹੜੇ ਖਾ ਰਹੇ ਨੇ ਉਹ ਕਹਿ ਰਹੇ ਨੇ ਵੀ ਖੀਰ ਬੜੀ ਸਵਾਦ ਹੈ, ਕਿਆ ਬਾਤ। ਜਾਣੀਏ ਦਾ ਮਤਲਬ ਪ੍ਰਤੀਤ ਵੀ ਹੋ ਰਹੀ ਹੈ, ਵਿੱਚ ਬਦਾਮ ਵੀ ਦਿਸ ਰਹੇ ਨੇ, ਕਾਜੂ ਦਿਸ ਰਹੇ ਨੇ, ਮੇਵੇ ਦਿਸ ਰਹੇ ਨੇ, ਵਿੱਚ ਖੋਪਾ ਦਿਸ ਰਿਹਾ ਹੈ, ਮਗਜ ਦਿਸ ਰਹੇ ਨੇ, ਘਿਓ ਦਿਸ ਰਿਹਾ ਹੈ, ਜਾਪ ਵੀ ਰਿਹਾ ਵੀ ਸਵਾਦ ਹੋਣੀ ਹੈ, ਪਰ ਖੀਰ ਦਾ ਸਵਾਦ ਆ ਨਹੀਂ ਰਿਹਾ। ਕਿਉਂ? ਕਿਉਂਕਿ ਖਾਈ ਨਹੀਂ ਨਾ। ਖੀਰ ਦਿਸ ਵੀ ਰਹੀ ਹੈ, ਸੁਣ ਵੀ ਰਹੇ ਆ ਕਿ ਸਵਾਦ ਹੈ, ਜਾਪ ਵੀ ਰਹੀ ਹੈ ਕਿ ਸਵਾਦ ਹੈ, ਲੇਕਿਨ ਸਵਾਦ ਆ ਨਹੀਂ ਰਿਹਾ ਕਿਉਂਕਿ ਖੀਰ ਖਾਈ ਨਹੀਂ। ਖੀਰ ਦਾ ਚਮਚਾ ਭਰ ਕੇ ਮੂੰਹ ਚ ਪਾਓਗੇ ਤੇ ਸਵਾਦ ਆਏਗਾ। ਇਸੇ ਤਰ੍ਹਾਂ ਰੱਬੀ ਗੁਣ ਦਿਸਦੇ ਰਹੇ ਨੇ ਕਿ ਸੱਚ ਇਸ ਦੁਨੀਆ ਵਿੱਚ ਹੈ, ਦਇਆ ਹੈ, ਇਹ ਚੀਜ਼ ਸੁਣ ਵੀ ਰਹੇ ਆ, ਜਾਪ ਵੀ ਰਹੀ ਹੈ ਕਿ ਹਰ ਇੱਕ ਦੇ ਅੰਦਰ ਇਹ ਗੁਣ ਹੈ ਨੇ, ਪਰ ਸੌ ਨਾ ਪਾਇਆ ਜਾਏ, ਇਹਨਾਂ ਗੁਣਾਂ ਦਾ ਸਵਾਦ ਨਹੀਂ ਆ ਰਿਹਾ, ਆਨੰਦ ਨਹੀਂ ਆ ਰਿਹਾ, ਕਿਉਂਕਿ ਸੱਚ ਅਸੀਂ ਬੋਲ ਨਹੀਂ ਰਹੇ ਨਾ। ਅਸੀਂ ਕਹਿ ਤੇ ਰਹੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ, ਅਸੀਂ ਵੇਖ ਰਹੇ ਹਾਂ ਜੋ ਦਿਸੈ ਸੋ ਤੇਰਾ ਰੂਪ, ਕਹਿ ਵੀ ਰਹੇ ਹਾਂ, ਲੇਕਿਨ ਅਸੀਂ ਵਿਹਾਰ ਨਹੀਂ ਇੱਕ ਦੂਜੇ ਨਾਲ ਰੱਬ ਵਰਗਾ ਕਰ ਰਹੇ। ਤੇ ਜਦੋਂ ਵਿਹਾਰ ਨਹੀਂ ਕਰ ਰਹੇ ਤੇ ਫਿਰ ਮਜ਼ਾ ਕਿਵੇਂ ਆਏਗਾ, ਸਵਾਦ ਕਿਵੇਂ ਆਏਗਾ, ਰਸ ਕਿਵੇਂ ਆਏਗਾ, ਸੁੱਖ ਕਿਵੇਂ ਮਿਲੇਗਾ? ਰਸ ਤੇ ਉਸ ਚੀਜ਼ ਦਾ ਆਉਣਾ ਨਾ ਜੋ ਅਸੀਂ ਕੰਮ ਕਰਾਂਗੇ। ਤੇ ਹੁਣ ਗੁਰੂ ਪਾਤਸ਼ਾਹ ਤੋਂ ਪੁੱਛੀਏ ਵੀ ਰਸ ਕਿਉਂ ਨਹੀਂ ਹੁੰਦਾ, ਉਹਦੇ ਨਾਲ ਮਿਲ ਕਿਉਂ ਨਹੀਂ ਪਾ ਰਿਹਾ ਜਿਹੜਾ ਜਗਤ ਦੇ ਵਿੱਚ ਵਿਆਪਕ ਹੈ? ਤਾਂ ਗੁਰੂ ਜੀ ਕਹਿੰਦੇ ਨੇ ਰੂਲਾ ਟੁੰਡਾ ਅੰਧੁਲਾ ਕਿਉਂ ਗੱਲ ਲੱਗੈ ਤਾਏ। ਰੂਲਾ ਦਾ ਮਤਲਬ ਲੂਲਾ, ਬੰਦਾ ਲੂਲਾ ਹੋਏ, ਪੈਰ ਦੋਵੇਂ ਨਾ ਕੰਮ ਕਰਦੇ ਹੋਣ। ਟੁੰਡਾ ਦਾ ਮਤਲਬ ਦੋਵੇਂ ਹੱਥ ਨਾ ਹੋਣ, ਬਾਹਾਂ ਵੀ ਨਾ ਹੋਣ ਦੋਵੇਂ, ਤੇ ਅੰਨਾ ਵੀ ਹੋਵੇ। ਤੇ ਕੀ ਇਹੋ ਜਿਹਾ ਬੰਦਾ ਦੌੜ ਕੇ ਕਿਸੇ ਤੇ ਗੱਲ ਲੱਗ ਸਕਦਾ? ਬੰਦੇ ਦੀਆਂ ਦੋਵੇਂ ਲੱਤਾਂ ਵੀ ਨਾ ਹੋਣ, ਦੋਵੇਂ ਬਾਹਾਂ ਵੀ ਨਾ ਹੋਣ, ਅੱਖਾਂ ਵੀ ਨਾ ਹੋਣ, ਤੇ ਕੀ ਇਹੋ ਜਿਹਾ ਬੰਦਾ ਕਿਸੇ ਤੇ ਗੱਲ ਲੱਗ ਸਕਦਾ? ਤਾਂ ਉੱਤਰ ਹੋਏਗਾ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਬੰਦਾ ਤਾਂ ਨਹੀਂ ਰੱਬ ਦੇ ਨਾਲ ਮਿਲ ਰਿਹਾ ਕਿਉਂਕਿ ਇਹ ਟੁੰਡਾ ਹੈ, ਇਹਦੀਆਂ ਬਾਹਾਂ ਹੈ ਨਹੀਂ, ਇਹਦੇ ਪੈਰ ਹੈ ਨਹੀਂ, ਇਹਦੀਆਂ ਅੱਖਾਂ ਹੈ ਨਹੀਂ, ਤਾਂ ਕਰਕੇ ਇਹ ਰੱਬ ਦੇ ਨਾਲ ਨਹੀਂ ਮਿਲ ਪਾ ਰਿਹਾ। ਤੇ ਬੰਦਾ ਕਹਿੰਦਾ ਹੈ ਗੁਰੂ ਜੀ ਤੁਹਾਨੂੰ ਭੁਲੇਖਾ ਲੱਗਾ ਹੈ, ਮੇਰੀਆਂ ਅੱਖਾਂ ਤੇ ਹੈ ਨੇ, ਹੁਣ ਤੇ ਮੇਰੀਆਂ ਅੱਖਾਂ ਬੜੀਆਂ ਤੇਜ਼ ਨੇ, ਮੈਂ ਤੇ ਐਸੀਆਂ ਇਲੈਕਟ੍ਰੋਨਿਕ ਦੂਰਬੀਨਾਂ ਬਣਾ ਲਈਆਂ ਨੇ ਕਿ ਕਈ ਮਿਲੀਅਨ ਟ੍ਰਿਲੀਅਨ ਲਾਈਟ ਈਅਰ ਤੱਕ ਮੈਂ ਇਸ ਬ੍ਰਹਿਮੰਡ ਨੂੰ ਵੇਖਣ ਜੋਗਾ ਹੋ ਗਿਆ। ਤੇ ਟੁੰਡਾ ਕਿੱਥੇ? ਹੁਣ ਤੇ ਮੇਰੀਆਂ ਹੱਥਾਂ ਦੀ ਪਕੜ ਬੜੀ ਦੂਰ ਤੱਕ ਪਹੁੰਚ ਗਈ, ਹੁਣ ਤਾਂ ਮੈਂ ਇੱਥੇ ਬੈਠਾ ਹੀ ਕਈ ਥਾਵਾਂ ਤੇ ਪਹੁੰਚ ਸਕਦਾ ਹਾਂ। ਮੇਰੇ ਪੈਰਾਂ ਦੀ ਸਪੀਡ ਬੜੀ ਹੈ, ਹਵਾਈ ਜਹਾਜ਼ ਰਾਹੀਂ ਮੈਂ ਤੇ ਰਾਕਟ ਬਣਾ ਲੈਣੇ ਜਿਹੜੇ ਚੰਦਰਮਾ ਦੇ ਉੱਤੇ ਜਾ ਰਹੇ। ਤਾਂ ਗੁਰੂ ਜੀ ਕਹਿੰਦੇ ਨੇ ਇਹ ਪੈਰ, ਇਹ ਹੱਥ ਨਹੀਂ। ਜੇ ਰੱਬ ਦੇ ਨਾਲ ਮਿਲਣਾ ਚਾਹੁੰਦਾ ਹੈ ਤੇ ਤੇਰੇ ਕੋਲ ਪੈਰ ਚਾਹੀਦੇ ਨੇ, ਤੂੰ ਟੁੰਡਾ ਹੈ, ਰੂਲਾ ਹੈ, ਲੂਲਾ ਹੈ, ਭੈ ਕੇ ਚਰਨ। ਰੱਬ ਨੂੰ ਮਿਲਣ ਵਾਸਤੇ ਅਦਬ ਦੇ ਪੈਰ ਚਾਹੀਦੇ ਨੇ। ਤੇਰੀ ਜ਼ਿੰਦਗੀ ਵਿੱਚ ਅਦਬ ਨਹੀਂ ਹੈ, ਲੂਲਾ ਹੈ ਤੂੰ, ਅਦਬ ਨਹੀਂ ਨਾ ਜ਼ਿੰਦਗੀ 'ਚ। ਦੇਖੋ ਇਹ ਦੁਨੀਆ ਦੇ ਅੰਦਰ ਭੈਣ ਭਰਾਵਾਂ ਦਾ, ਮਾਂ-ਬਾਪ ਦਾ, ਗੁਰੂ ਦਾ, ਰੱਬ ਦਾ ਅਦਬ ਨਹੀਂ ਨਾ ਰਿਹਾ। ਅਸੀਂ ਸਿੱਖ ਹੋਣ ਦੇ ਨਾਤੇ ਜੇ ਸਾਡੇ ਵਿੱਚ ਗੁਰੂ ਦਾ ਅਦਬ ਹੁੰਦਾ ਤਾਂ ਸਿੱਖਾਂ ਦੇ ਵਿੱਚ ਬਾਬਾਵਾਦ ਪੈਦਾ ਨਹੀਂ ਸੀ ਹੋਣਾ, ਕਿਉਂਕਿ ਗੁਰੂ ਦਾ ਅਦਬ ਹੁੰਦਾ। ਸਿੱਖ ਗੁਰੂ ਅੱਗੇ ਝੁਕਦਾ, ਸਿੱਖ ਗੁਰੂ ਅੱਗੇ ਆਪਣੀਆਂ ਗੱਦੀਆਂ ਲਾ ਕੇ ਕਿਵੇਂ ਬਹਿ ਸਕਦਾ ਜੇ ਅਦਬ ਹੋਵੇ? ਜੇ ਗੁਰੂ ਦਾ ਸਤਿਕਾਰ ਮਨ ਦੇ ਅੰਦਰ ਪਿਆਰ ਹੋਵੇ ਤਾਂ ਉਹ ਕਿਸੇ ਬਾਬੇ ਅੱਗੇ ਕਿਉਂ ਜਾ ਕੇ ਸਿਰ ਸੁੱਟੇਗਾ? ਜੇ ਗੁਰੂ ਦਾ ਅਦਬ ਹੋਵੇ ਤਾਂ ਉਹ ਬੰਦਾ ਨਸ਼ੇ ਕਿਉਂ ਵਰਤੇਗਾ, ਝੂਠ ਕਿਉਂ ਬੋਲੇਗਾ? ਅਦਬ ਨਹੀਂ ਹੈ ਨਾ। ਜੇ ਸਾਡੇ ਅੰਦਰ ਆਪਸੀ ਅਦਬ ਹੁੰਦਾ, ਇੱਕ ਦੂਜੇ ਦਾ ਰਿਸ਼ਤੇ ਕਿਉਂ ਟੁੱਟਦੇ? ਤਾਂ ਗੁਰੂ ਜੀ ਕਹਿੰਦੇ ਨੇ ਭੈ ਕੇ ਚਰਨ, ਜੇ ਰੱਬ ਨਾਲ ਮਿਲਣਾ ਚਾਹੁੰਦਾ ਹੈ ਤਾਂ ਆਪਣੀ ਜ਼ਿੰਦਗੀ ਅੰਦਰ ਅਦਬ ਦੇ ਪੈਰ ਬਣਾ। ਅਦਬ ਦੇ ਪੈਰਾਂ ਨਾਲ ਦੂਜੇ ਤੱਕ ਜਾਇਆ ਜਾਏਗਾ ਮਿਲਣ ਲਈ। ਕਰ ਭਾਵ ਕੇ, ਇੱਥੇ ਕਰ ਦਾ ਮਤਲਬ ਹੈ ਹੱਥ, ਭਾਵ ਕੇ ਦਾ ਮਤਲਬ ਪਿਆਰ ਦੇ। ਪਿਆਰ ਦੇ ਹੱਥ ਬਣਾ। ਜੇ ਗਲਵੱਕੜੀ ਵਿੱਚ ਲੈਣਾ ਚਾਹੁੰਦਾ ਤੇ ਇਹਨਾਂ ਬਾਹਾਂ ਨਾਲ ਉਹਨੇ ਗਲਵੱਕੜੀ 'ਚ ਨਹੀਂ ਆਉਣਾ। ਪਿਆਰ ਚਾਹੀਦਾ ਜ਼ਿੰਦਗੀ ਵਿੱਚ। ਰੱਬੀ ਗੁਣਾਂ ਨਾਲ ਪ੍ਰੀਤ ਪਾ, ਮਨੁੱਖਤਾ ਦੇ ਨਾਲ ਪਿਆਰ ਪਾ। ਲੋਇਣ ਸੁਰਤ ਕਰੇ, ਲੋਇਣ ਦਾ ਮਤਲਬ ਅੱਖਾਂ। ਇਹਨਾਂ ਅੱਖਾਂ ਨਾਲ ਨਹੀਂ ਦਿਸਣਾ।
ਸੁਰਤ ਹੋਣੀ ਚਾਹੀਦੀ ਹੈ, ਸੂਝ। ਤੇਰੀ ਸੁਰਤ ਦੇ ਅੰਦਰ ਸੱਚ ਹੋਵੇ, ਸੁਰਤ ਦੇ ਨਾਲ ਵੇਖ ਕੇ ਸਾਹਮਣੇ ਬੰਦੇ ਦੇ ਅੰਦਰ ਰੱਬ ਹੈ। ਸੁਰਤ ਨੂੰ ਅੱਖਾਂ ਬਣਾ। ਨਾਨਕ ਕਹਿ ਸਿਆਣੀਏ ਇਵ ਕੰਤ ਮਿਲਾਵਾ ਹੋਏ। ਗੁਰੂ ਜੀ ਕਹਿੰਦੇ ਨੇ, ਹੇ ਸਿਆਣੀ ਜੀਵ ਇਸਤਰੀਏ, ਐਵੇਂ ਪਤੀ ਦੇ ਨਾਲ ਮਿਲਾਪ ਹੁੰਦਾ ਹੈ, ਰੱਬ ਦੇ ਨਾਲ ਮਿਲਾਪ ਹੁੰਦਾ ਹੈ। ਤੇ ਦੇਖੋ ਇੱਥੇ ਪਤੀ ਪਤਨੀ ਦਾ ਮਿਲਾਪ ਵੀ ਕਿੰਨਾ ਸੋਹਣਾ ਹੈ ਕਿ ਜੇ ਅਦਬ ਹੋਵੇ, ਪ੍ਰੇਮ ਹੋਵੇ ਔਰ ਸਮਝ ਹੋਵੇ ਤਾਂ ਪਤੀ ਪਤਨੀ ਦਾ ਮਿਲਾਪ ਕਦੇ ਟੁੱਟੇਗਾ ਹੀ ਨਹੀਂ ਨਾ। ਫਿਰ ਪਤੀ ਪਤਨੀ ਬਾਰੇ ਜੋਕਸ ਬਣਾਉਣ ਦੀ ਜ਼ਰੂਰਤ ਨਹੀਂ ਪਵੇਗੀ। ਫਿਰ ਪਤੀ ਪਤਨੀ ਦੇ ਔਰ ਪਤੀ ਪਤਨੀ ਪਤੀ ਦੇ ਖਿਲਾਫ ਨਹੀਂ ਬੋਲੇਗੀ। ਜੇ ਅਦਬ ਹੋਏ, ਜੇ ਪਿਆਰ ਹੋਵੇ, ਜੇ ਸੂਝ ਹੋਵੇ। ਹੁਣ ਅਦਬ ਵੀ ਨਹੀਂ, ਸੂਝ ਵੀ ਨਹੀਂ, ਪਿਆਰ ਵੀ ਨਹੀਂ, ਫਿਰ ਤੇ ਡੰਡਾ ਹੀ ਖੜਕਣਾ ਹੈ ਨਾ। ਉਹ ਆਮ ਕਹਿੰਦੇ ਨੇ ਨਾ ਕਿ ਜਿਹੜੇ ਵਿਆਹੇ ਹੋਏ ਬੰਦੇ ਨੇ ਨਾ, ਉਹ ਆਪਣਾ ਸਵੇਰੇ ਰਾਸ਼ੀ ਫਲ ਨਹੀਂ ਪੜ੍ਹਦੇ ਅਖਬਾਰਾਂ ਵਿੱਚ। ਜਿਹੜੇ ਵਿਆਹੇ ਬੰਦੇ ਨੇ ਉਹ ਅਖਬਾਰ ਵਿੱਚ ਰਾਸ਼ੀ ਫਲ ਨਹੀਂ ਪੜ੍ਹਦੇ। ਕਹਿੰਦਾ ਕਿਉਂ? ਕਹਿੰਦਾ ਉਹਨਾਂ ਨੂੰ ਚਾਹ ਬਣਾਉਣ ਲੱਗਿਆ ਜਦੋਂ ਅਦਰਕ ਕੁੱਟਣ ਦੀ ਆਵਾਜ਼ ਆਉਂਦੀ ਹੈ ਨਾ, ਉਦੋਂ ਹੀ ਪਤਾ ਲੱਗ ਜਾਂਦਾ ਵੀ ਦਿਨ ਕਿਵੇਂ ਦਾ ਲੰਘਣਾ। ਅਦਰਕ ਕੁੱਟਣ ਦੀ ਆਵਾਜ਼ ਨਹੀਂ ਪਤਾ ਲੱਗਦਾ ਵੀ ਅਦਰਕ ਕਿਵੇਂ ਕੁੱਟਿਆ ਜਾ ਰਿਹਾ। ਤਾਂ ਜੇ ਭੈ ਹੋਵੇ, ਅਦਬ ਹੋਵੇ, ਪਿਆਰ ਹੋਵੇ, ਸੂਝ ਹੋਵੇ, ਐਵੇਂ ਕੰਤ ਦਾ ਮਿਲਾਵਾ ਹੁੰਦਾ। ਇਹ ਰੱਬ ਦੇ ਨਾਲ ਮਿਲਣ ਦੇ ਗੁਣ ਨੇ। ਅਗਲਾ ਬਚਨ ਕਰਦੇ ਨੇ, ਸਦਾ ਸਦਾ ਤੂੰ ਏਕ ਹੈ ਤੂੰ ਦੂਜਾ ਖੇਲ ਰਚਾਇਆ। ਕਿ हे ਪ੍ਰਭੂ ਤੂੰ ਸਦਾ ਇੱਕ ਹੀ ਹੈ, ਦੂਜਾ ਹੈ ਹੀ ਨਹੀਂ, ਇੱਕੋ ਹੀ ਹੈ। ਦੂਜਾ ਖੇਲ ਰਚਾਇਆ, ਜਿਹੜਾ ਤੇਰੇ ਤੋਂ ਦੂਜਾ ਹੈ ਨਾ, ਜੋ ਸਾਨੂੰ ਦੂਜਾ ਦਿਸ ਰਿਹਾ ਕਿ ਤੁਸੀਂ ਵੱਖਰੇ ਤੇ ਮੈਂ ਵੱਖਰਾ, ਇਹ ਇੱਕ ਖੇਡ ਹੈ। ਇਹ ਖੇਲ ਰਚੀ ਹੋਈ ਹੈ ਵੱਖਰਾ ਨਹੀਂ ਹੈ ਕੁਝ। ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠ ਰਹੀਆਂ ਨੇ ਨਾ, ਤਾਂ ਲਹਿਰਾਂ ਸਾਨੂੰ ਪ੍ਰਤੀਤ ਹੋ ਰਹੀਆਂ ਨੇ ਵੱਖਰੀਆਂ, ਵੱਖਰੀਆਂ ਹੈ ਨਹੀਂ। ਲਹਿਰਾਂ ਵੀ ਤੇ ਪਾਣੀ ਹੈ। ਕਿੰਨਾ ਇੱਕ ਖੇਲ ਰਚਿਆ ਹੋਇਆ ਹੈ ਨਾ, ਕੜੇ, ਚੂੜੀਆਂ, ਕਾਂਟੇ, ਕਿੰਨੇ ਸਾਰੇ ਡਿਜ਼ਾਈਨ ਸੋਨੇ ਦੇ ਗਹਿਣਿਆਂ ਦੇ, ਪਰ ਹੈ ਤੇ ਸਾਰਾ ਸੋਨਾ ਹੀ ਹੈ। ਤਾਂ हे ਪ੍ਰਭੂ ਤੂੰ ਸਦਾ ਤੋਂ ਇੱਕੋ ਹੀ ਹੈ। ਇਹ ਤੂੰ ਦ્વੈਤ ਵਾਲਾ ਖੇਲ ਰਚਿਆ ਹੋਇਆ ਹੈ। ਭਾਵ ਕਿ ਜੀਵਨ ਦੇ ਅੰਦਰ ਬੰਦਾ ਦ્વੈਤ ਦੀ ਖੇਲ ਖੇਲ ਰਿਹਾ ਹੈ। ਹਉਮੈ ਗਰਭ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ। ਜਨਤਾ ਦੇ ਅੰਦਰ ਲੋਭ ਪੈ ਗਿਆ ਹੈ, ਕਿਉਂਕਿ ਅੰਦਰ ਹਉਮੈ ਪੈਦਾ ਹੋ ਗਈ ਹੈ, ਗਰਭ ਹੰਕਾਰ ਪੈ ਹੋ ਗਿਆ ਹੈ, ਲੋਭ ਪੈਦਾ ਹੋ ਗਿਆ ਹੈ ਤੇ ਹੋਰ ਰੱਬੀ ਸਿਸਟਮ ਦੇ ਵਿੱਚ ਗਿਆ ਹੈ। ਜੇ ਆਪਣੇ ਅੰਦਰ ਸੰਤੋਖ ਪੈਦਾ ਕਰੋਗੇ, ਸੰਤੋਖ ਪੈਦਾ ਹੋ ਜਾਏਗਾ। ਲੋਭ ਪੈਦਾ ਕਰੋਗੇ, ਲੋਭ ਪੈਦਾ ਹੋ ਜਾਏਗਾ। ਨਿਮਰਤਾ ਪੈਦਾ ਕਰੋਗੇ, ਨਿਮਰਤਾ ਪੈਦਾ ਹੋ ਜਾਏਗੀ। ਹੰਕਾਰ ਪੈਦਾ ਕਰੋਗੇ, ਹੰਕਾਰ ਪੈਦਾ ਹੋ ਜਾਏਗਾ। ਇਸ ਸਿਸਟਮ में जेहा बीजै सो लूने। पैदा ਤੁਸੀਂ ਆਪ ਕਰਨਾ ਹੈ, ਬੀਜ ਤੁਸੀਂ ਬੀਜਣਾ ਹੈ, ਉਗਣਾ ਉਹਨੇ ਰੱਬੀ ਹੁਕਮ ਦੇ ਅੰਦਰ। ਤਾਂ ਪ੍ਰੋਬਲਮ ਇੱਥੇ ਆ ਗਈ ਕਿ ਹਉਮੈ, ਹੰਕਾਰ, ਲੋਭ ਜਨਤਾ ਦੇ ਅੰਦਰ ਪੈਦਾ ਹੋ ਗਿਆ, ਕਿਉਂਕਿ ਇਹਨਾਂ ਜਨਤਾ ਨੇ ਬੀਜ ਐਸੇ ਬੀਜੇ। ਜਿਉਂ ਭਾਵੈ ਤਿਉਂ ਰੱਖ ਤੂੰ ਇਹ ਤੇਰਾ ਕਰਾਇਆ। ਸਾਰੇ ਜੀਵ ਤੇਰਾ ਕਰਾਇਆ ਹੋਇਆ ਕਰ ਰਹੇ ਨੇ, ਭਾਵ ਤੇਰੇ ਹੁਕਮ ਵਿੱਚ ਚੱਲ ਰਹੇ ਨੇ। ਹੁਕਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਆਕਸੀਜਨ ਨਾਲ ਅਸੀਂ ਸਾਰੇ ਜਿੰਦਾ ਹਾਂ। ਜੇ ਕੋਈ ਕਵੇ ਕਿ ਮੈਂ ਕਾਰਬਨ ਮੋਨੋਆਕਸਾਈਡ ਨਾਲ ਜਿੰਦਾ ਰਹਿ ਸਕਣਾ, ਤਾਂ ਨਹੀਂ ਰਹਿ ਸਕੇਗਾ। ਹੁਕਮ ਦੇ ਅੰਦਰ ਹੈ। ਤਾਂ ਗੁਰੂ ਜੀ ਕਹਿੰਦੇ ਨੇ, हे ਪ੍ਰਭੂ ਜਿਵੇਂ ਵੀ ਤੈਨੂੰ ਪਾਉਂਦਾ ਹੈ, ਜੀਵਾਂ ਦੀ ਰੱਖਿਆ ਕਰ। ਭਾਵ ਕਿ ਸਾਨੂੰ ਐਸੀ ਸ਼ਕਤੀ ਬਖਸ਼ ਕਿ ਅਸੀਂ ਤੇਰੀ ਰਜ਼ਾ ਵਿੱਚ ਤੁਰੀਏ, ਤੇਰੇ ਭਾਣੇ ਦੀ, ਰਜ਼ਾ ਦੀ, ਤੇਰੇ ਸਿਸਟਮ ਦੀ ਸਹੀ ਪਾਲਣਾ ਕਰੀਏ। ਇਕਨਾ ਬਖਸ਼ੈ ਮੇਲ ਲਹੈ ਗੁਰਮਤੀ ਤੁਧੈ ਲਾਇਆ। ਇਕਨਾ ਦਾ ਮਤਲਬ ਕਈਆਂ ਨੂੰ ਤੂੰ ਬਖਸ਼ਦਾ ਹੈ, ਆਪਣੇ ਮੇਲ ਦੇ ਅੰਦਰ ਮਿਲਾ ਲੈਂਦਾ ਹੈ, ਆਪਣੇ ਵਿੱਚ ਮਿਲਾ ਲੈਂਦਾ ਹੈ। ਤੇ ਕਿੰਨਾਂ ਨੂੰ ਮਿਲਾ ਲੈਣਾ ਹੈ? ਗੁਰਮਤੀ ਤੁਧੈ ਲਾਇਆ, ਜਿਨ੍ਹਾਂ ਨੂੰ ਤੂੰ ਗੁਰੂ ਦੀ ਮੱਤ ਤੇ ਲਾਇਆ ਹੋਇਆ ਹੈ। ਯਾਨੀ ਰੱਬ ਦੇ ਨਾਲ ਮਿਲਣ ਦਾ ਸਾਧਨ ਹੈ ਗੁਰੂ ਦੀ ਮੱਤ ਮੁਤਾਬਕ ਜ਼ਿੰਦਗੀ ਜੀਣੀ। ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦੇ ਨੇ, ਉਹ ਪ੍ਰਭੂ ਵਿੱਚ ਮਿਲ ਜਾਂਦੇ ਨੇ। ਗੁਰਮਤ ਅਨੁਸਾਰ ਜ਼ਿੰਦਗੀ ਜੀਣਾ ਹੀ ਭਗਤੀ ਹੈ। ਗੁਰਮਤ ਅਨੁਸਾਰ ਜੀਵਨ ਪ੍ਰਾਪਤ ਕਰਨਾ ਹੀ ਰੱਬ ਨੂੰ ਪ੍ਰਾਪਤ ਕਰ ਲੈਣਾ ਹੈ। ਇੱਕ ਖੜੇ ਕਰੇ ਤੇਰੀ ਚਾਕਰੀ ਵਿਣ ਨਾਵੇਂ ਹੋਰ ਨਾ ਪਾਇਆ। ਕਈ ਸੁਚੇਤ ਹੋ ਕੇ ਤੇਰੀ ਚਾਕਰੀ ਸੇਵਾ ਕਰ ਰਹੇ ਨੇ। ਖੜੇ ਦਾ ਮਤਲਬ ਇਹ ਨਹੀਂ ਕਿ ਉਹ ਬਹਿੰਦੇ ਹੀ ਨਹੀਂ। ਖੜੇ ਦਾ ਮਤਲਬ ਸਾਵਧਾਨ ਹੋ ਕੇ, ਸੁਚੇਤ ਹੋ ਕੇ। ਚਾਕਰੀ ਦਾ ਮਤਲਬ ਤੇਰੇ ਹੁਕਮ ਵਿੱਚ ਤੁਰ ਰਹੇ ਨੇ, ਤੇਰੀ ਸੇਵਾ ਕਰ ਰਹੇ ਨੇ, ਤੇਰੀ ਰਜ਼ਾ ਵਿੱਚ ਤੁਰ ਰਹੇ ਨੇ। ਵਿਣ ਨਾਵੇਂ ਹੋਰ ਨਾ ਪਾਇਆ। ਨਾਵੇਂ ਦਾ ਮਤਲਬ ਹੁਕਮ। ਉਹਨਾਂ ਨੂੰ ਨਾਮ ਤੋਂ ਬਿਨਾ, ਹੁਕਮ ਤੋਂ ਬਿਨਾ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਵਰਤਨ ਰਾਤ ਤੇ ਸਰਾਧ ਕਰਮਕਾਂਡ ਉਹਨਾਂ ਨੂੰ ਚੰਗੇ ਨਹੀਂ ਲੱਗਦੇ। ਉਹਨਾਂ ਨੂੰ ਸਮਝ ਹੈ ਕਿ ਹੁਕਮ ਹੀ ਸਭ ਤੋਂ ਉੱਤਮ ਚੀਜ਼ ਹੈ। ਉਹ ਹੁਕਮ ਦੇ ਅੰਦਰ ਚੱਲਦੇ, ਸੁਚੇਤ ਹੋ ਕੇ ਤੇਰੇ ਅਨੁਸਾਰ ਜ਼ਿੰਦਗੀ ਜੀ ਰਹੇ ਨੇ।
ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰੈ ਲਾਇਆ। ਇੱਥੇ ਇੱਕ ਦਾ ਮਤਲਬ ਹੈ ਕਈਆਂ ਨੂੰ। ਹੋਰ ਕਾਰ ਵਿਕਾਰ ਹੈ ਜਿਨ੍ਹਾਂ ਐਸੇ ਬੰਦਿਆਂ ਨੂੰ ਤੂੰ ਸੱਚੀ ਕਾਰ ਵਿੱਚ ਲਾਇਆ ਹੋਇਆ ਨਾ, ਹੋਰ ਕਾਰ ਵਿਕਾਰ ਹੈ, ਉਹਨਾਂ ਨੂੰ ਬਾਕੀ ਦੇ ਸਾਰੇ ਕੰਮ ਬੇਕਾਰ ਵਿਅਰਥ ਲੱਗਦੇ ਨੇ। ਉਹਨਾਂ ਵਾਸਤੇ ਦੂਜੇ ਕੰਮ ਟੁੱਟੀ ਕੌਡੀ ਦੇ ਵੀ ਨਹੀਂ। ਕਿਸੇ ਵਾਸਤੇ ਮਾਲਾ ਫੇਰਨਾ ਮਹਾਨ ਹੋ ਸਕਦਾ ਹੈ, ਲੋਕ ਮਾਲਾ ਪਾਈ ਫਿਰਦੇ ਨੇ। ਗੁਰਦੁਆਰੇ ਸਾਹਿਬਾਨ ਦੇ ਵਿੱਚ ਵੀ ਅੱਜ ਇੱਥੇ ਪੁਸਤਕਾਂ ਵਗੈਰਾ ਨੇ, ਉੱਥੇ ਲੋਕ ਮਾਲਾ ਵੇਚੀਆਂ ਜਾ ਰਹੀਆਂ ਨੇ ਔਰ ਲੋਕ ਮਾਲਾ ਪਾਈ ਫਿਰਦੇ ਨੇ ਤੇ ਬੜੇ ਪਿਆਰ ਨਾਲ ਫਿਰ ਵਿਖਾਉਂਦੇ ਨੇ। ਕਈ ਵਾਰੀ ਅਸੀਂ ਵੇਖਦੇ ਹਾਂ ਗੁਰਦੁਆਰੇ ਕਥਾ ਕੀਰਤਨ ਹੋ ਰਿਹਾ ਹੋਵੇ ਤੇ ਲੋਕ ਅੱਗੇ ਬਹਿ ਕੇ ਠਾਂ ਠਾਂ ਦੇ ਮਣਕੇ ਦੇ ਉੱਤੇ ਮਣਕਾ ਮਾਰਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਸੱਚੀ ਕਾਰ ਵਿੱਚ ਲਾ ਦਿੱਤਾ ਨਾ, ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਆ ਗਈ ਹੈ, ਉਹਦੇ ਵਾਸਤੇ ਇਹ ਕਾਰ ਸਭ ਬੇਕਾਰ ਨੇ। ਆ ਮਾਲਾ ਮੂਲਾ ਫੇਰਨੀਆਂ ਉਹਨਾਂ ਵਾਸਤੇ ਵਿਅਰਥ ਨੇ, ਬੇਕਾਰ ਦੇ ਕੰਮ ਨੇ, ਫਾਲਤੂ ਕੰਮ ਨੇ। ਜਪ ਤਪ ਸੰਜਮ ਫਾਲਤੂ ਕੰਮ ਨੇ। ਦਸਮ ਦਸਮ ਦੁਆਰ ਵਿੱਚ ਪ੍ਰਾਨ ਚੜਾਣੇ ਫਾਲਤੂ ਕੰਮ ਨੇ। ਉਹਨਾਂ ਨੂੰ ਸਮਝ ਆ ਗਈ ਹੈ ਮਨ ਨਿਰਮਲ ਨਹੀਂ, 10ਵੇਂ ਦੁਆਰ ਪਰਮ ਪਰਮ ਆਵੇ ਮੂੜਾ ਵਾਰੋ ਵਾਰ। ਉਹਨਾਂ ਨੂੰ ਪਤਾ ਹੈ ਕਿ ਆ ਜਿਹੜਾ ਤਿਆਗ ਸ਼ਿਆਗ ਨੇ, ਜਾਂ ਜੰਗਲਾਂ ਵਿੱਚ ਭਟਕਣਾ, ਭੋਰਿਆਂ ਵਿੱਚ ਵੜਨਾ, ਪਹਾੜਾਂ ਤੇ ਚੜਨਾ, ਵਰਤ ਰੱਖਣੇ, ਨਰਾਤੇ ਕਰਨੇ, ਸਰਾਧ ਕਰਨੇ, ਆ ਤੀਰਥਾਂ ਦੇ ਉੱਤੇ ਨਹਾਣਾ ਤੇ ਆ ਨਾਰੀਅਲ ਚੁੱਕੀ ਫਿਰਨਾ ਪਾਣੀਆਂ ਵਿੱਚ ਰੇੜਨ ਲਈ, ਇਹ ਸਾਰੇ ਬੇਕਾਰ ਦੇ ਕੰਮ ਨੇ, ਵਿਅਰਥ ਨੇ। ਉਹਨਾਂ ਨੂੰ ਸੱਚ ਦੀ ਸਮਝ ਆ ਗਈ ਕਿ ਸੱਚੀ ਜ਼ਿੰਦਗੀ ਜੀਣੀ ਚਾਹੀਦੀ ਹੈ। ਇੱਕੋ ਹੀ ਮਾਰਗ ਹੈ ਤੇ ਉਹ ਹੈ ਸੱਚ। ਇੱਕੋ ਹੀ ਧਰਮ ਹੈ, ਇੱਕੋ ਧਰਮ ਦ੍ਰਿੜੈ ਸੱਚ ਕੋਈ। ਇੱਕੋ ਹੀ ਰਾਹ ਹੈ ਹੁਕਮ ਰਜ਼ਾਈ ਚੱਲਣਾ। ਉਹ ਸੱਚੀ ਕਾਰ ਦੇ ਅੰਦਰ ਲੱਗੇ ਨੇ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਜ਼ਿੰਦਗੀ ਜੀ ਰਹੇ ਨੇ। ਉਹਨਾਂ ਵਾਸਤੇ ਬਾਕੀ ਸਭ ਕਰਮ ਬੇਕਾਰ ਔਰ ਵਿਅਰਥ ਨੇ। ਪੁੱਤ ਕਲਤ ਕੁਟੰਬ ਹੈ ਇੱਕ ਅਲਿਪਤ ਹੈ ਜੋ ਤੁਧ ਪਾਇਆ। ਪੁੱਤ ਦਾ ਮਤਲਬ ਪੁੱਤਰ, ਕਲਾਤ ਦਾ ਮਤਲਬ ਇਸਤਰੀ, ਕੁਟੰਬ ਦਾ ਮਤਲਬ ਪਰਿਵਾਰ। ਕਿ ਧੀਆਂ ਪੁੱਤਰ ਇਸਤਰੀ ਤੇ ਪਰਿਵਾਰ ਹੈ, ਉਹ ਪਰਿਵਾਰ ਵਿੱਚ ਜੀ ਰਹੇ ਨੇ। ਇੱਕ ਅਲਿਪਤ ਹੈ ਜੋ ਤੁਧ ਪਾਇਆ, ਤੇ ਜੋ ਤੈਨੂੰ ਪਾ ਜਾਂਦੇ ਨੇ, ਜੋ ਤੇਰੇ ਭਾਣੇ ਵਿੱਚ ਤੁਰਦੇ ਨੇ, ਉਹ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਹੀ ਨਿਰਲੇਪ ਨੇ। ਉਹ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਵੀ ਝੂਠ ਨਹੀਂ ਬੋਲਦੇ, ਈਰਖਾ ਦਵੇਸ਼ ਉਹਨਾਂ ਕੋਲ ਨਹੀਂ ਹੈ, ਉਹਨਾਂ ਦੇ ਅੰਦਰ ਵਿਕਾਰ ਨਹੀਂ ਹਨ। ਉਹ ਆਪਣੇ ਪਰਿਵਾਰ ਨੂੰ ਪਾਲ ਰਹੇ ਨੇ, ਪਰਿਵਾਰ ਵਿੱਚ ਖੁਸ਼ੀ ਦੇ ਨਾਲ ਜ਼ਿੰਦਗੀ ਜੀ ਰਹੇ ਨੇ, ਲੇਕਿਨ ਸੱਚ ਦੇ ਨਾਲ ਜੁੜੇ ਨੇ। ਉਹ ਠੱਗੀਆਂ ਨਹੀਂ ਮਾਰਦੇ, ਉਹ ਬੇਈਮਾਨੀ ਨਹੀਂ ਕਰਦੇ, ਉਹਨਾਂ ਦੇ ਅੰਦਰ ਮੋਹ ਨਹੀਂ ਹੈ, ਉਹਨਾਂ ਦੇ ਅੰਦਰ ਕ੍ਰੋਧ ਨਹੀਂ ਹੈ, ਉਹਨਾਂ ਦੇ ਅੰਦਰ ਲੋਭ ਨਹੀਂ ਹੈ। ਉਹ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਨਿਰਲੇਪ ਨੇ। ਉਹਨਾਂ ਨੂੰ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ, ਸੰਸਾਰ ਤਿਆਗਣ ਦੀ ਲੋੜ ਨਹੀਂ, ਮਾਲਾ ਫੇਰਨ ਦੀ ਲੋੜ ਨਹੀਂ, ਸਮਾਧੀਆਂ ਲਾਉਣ ਦੀ ਲੋੜ ਨਹੀਂ, ਕਿਉਂਕਿ ਉਹਨਾਂ ਨੇ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ। ਉਹ ਸੱਚ ਦੇ ਨਾਲ ਜੁੜ ਗਏ ਨੇ। ਤੇ ਉਹਨਾਂ ਦੀ ਨਿਸ਼ਾਨੀ ਕੀ ਹੈ? ਉਹ ਅੰਦਰੋਂ ਬਾਹਰੋਂ ਨਿਰਮਲੇ, ਉਹ ਅੰਦਰੋਂ ਔਰ ਬਾਹਰੋਂ ਮੈਲ ਤੋਂ ਰਹਿਤ ਨੇ। ਅੰਦਰ ਵੀ ਉਹਨਾਂ ਦੀ ਮੈਂਟੈਲਿਟੀ ਵੀ ਸਾਫ਼ ਹੈ ਤੇ ਉਹਨਾਂ ਦੇ ਕਰਮ ਵੀ ਸਾਫ਼ ਨੇ। ਆਮ ਜੋ ਬੰਦੇ ਨੇ ਨਾ, ਬਾਹਰੋਂ ਬੜੇ ਨਹਾਤੇ ਧੋਤੇ ਨੇ, ਫਾਹੀ ਸੁਰਤ ਮਲੂਕੀ ਵੇਸ਼, ਉਹਨਾਂ ਦੀ ਸੁਰਤ ਤੇ ਫਾਹੀ ਹੈ। ਮੈਂਟੈਲਿਟੀ ਉਹਨਾਂ ਦੀ ਲੋਕਾਂ ਨੂੰ ਫਸਾਉਣ ਵਾਲੀ ਹੈ, ਇਮੋਸ਼ਨਲ ਬਲੈਕਮੇਲ ਕਰਨ ਵਾਲੀ ਹੈ। ਮਲੂਕੀ ਵੇਸ਼ ਦਾ ਮਤਲਬ ਜਿਹੜਾ ਵੇਸ਼ ਹੈ ਉਹ ਸੰਤਾਂ ਵਾਲਾ ਹੈ, ਭਗਤਾਂ ਵਾਲਾ ਹੈ, ਸਾਧੂਆਂ ਵਾਲਾ ਹੈ। ਚੋਲੇ ਬੜੇ ਲੰਮੇ ਨੇ, ਬੜੇ ਲਿਸ਼ਕਵੇਂ ਕੀਮਤੀ ਚੋਲੇ। ਜਿੰਨਾ ਪਰਫਿਊਮ ਹੈ ਨਾ ਕੀਮਤੀ ਬਣਾਇਆ ਫਰਾਂਸ ਨੇ ਜਾਂ ਹੋਰ ਦੇਸ਼ਾਂ ਨੇ, ਬੜਾ ਕੀਮਤੀ ਪਰਫਿਊਮ ਬਣਾਇਆ, ਪਰ ਉਹਨਾਂ ਬਣਾਉਣ ਵਾਲਿਆਂ ਨੇ ਲਾਇਆ ਨਹੀਂ, ਵਰਤਿਆ ਸਾਡੇ ਬਾਬਿਆਂ ਨੇ। ਕਦੀ ਵੇਖੋ ਸਾਡੇ ਬਾਬਿਆਂ ਦੇ ਪਰਫਿਊਮ 1.5 ਕਿੱਲੇ ਤੋਂ ਦੂਰੋਂ ਬਾਸ਼ਨਾ ਆਉਂਦੀ, ਚੰਗੇ ਚਿੱਟੇ ਚੋਲੇ ਚਮਕਵੇਂ, ਗੜਵੇ ਲਿਸ਼ਕਵੇਂ, ਲੇਕਿਨ ਅੰਦਰੋਂ ਮੈਲੇ। ਤਾਂ ਬਾਹਰੀ ਭੇਸ਼ ਦੀ ਇੱਥੇ ਕੋਈ ਮਹਾਨਤਾ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਕਿ ਸਾਫ਼ ਕੱਪੜੇ ਕੋਈ ਨਾ ਪਾਏ, ਕੀਮਤੀ ਕੱਪੜੇ ਨਾ ਪਾਏ, ਪਰਫਿਊਮ ਨਾ ਲਗਾਏ। ਗੱਲ ਇਹ ਨਹੀਂ ਹੈ। ਗੱਲ ਇਹ ਕਿ ਬੰਦਾ ਬਾਹਰੋਂ ਤੇ ਲਿਸ਼ਕਿਆ ਪੁਸ਼ਕਿਆ। ਸਾਡੇ ਰਾਜਨੀਤਿਕਾਂ ਨੂੰ ਵੇਖ ਲਓ, ਚਿੱਟੇ ਕੱਪੜੇ ਨੇ, ਬਿਲਕੁਲ ਐਨ ਸਫੇਦ ਕੱਪੜੇ, ਲੇਕਿਨ ਉਹਨਾਂ ਦੀਆਂ ਕਰਤੂਤਾਂ ਵੇਖ ਲਓ। ਆ ਕਿਸਾਨਾਂ ਦੇ ਨਾਲ ਜੋ ਕੁਝ ਕਰ ਰਹੇ ਨੇ ਉਹ ਦੇਖ ਲਓ, ਜਾਂ ਹੋਰ ਕਰਤੂਤਾਂ ਦੇਖ ਲਓ। ਇਹ ਹਰ ਵਰਗ ਦੇ ਵਿੱਚ ਨੇ, ਰਾਜਨੀਤਿਕਾਂ ਵਿੱਚ ਨੇ, ਸਮਾਜ ਵਿੱਚ ਨੇ, ਧਰਮ ਵਿੱਚ ਨੇ। ਗੱਲ ਉਹਨਾਂ ਦੀ ਹੋ ਰਹੀ ਹੈ ਜਿਹੜੇ ਅੰਦਰੋਂ ਬਾਹਰੋਂ ਨਿਰਮਲ ਨੇ। ਉਹ ਅੰਦਰੋਂ ਬਾਹਰੋਂ ਨਿਰਮਲੇ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ। ਉਹਨਾਂ ਦੀ ਸੋਚ ਵੀ ਨਿਰਮਲ ਹੈ, ਉਹਨਾਂ ਦੇ ਕਰਮ ਵੀ ਨਿਰਮਲ ਨੇ। ਸੱਚੇ ਨਾਏ ਸਮਾਇਆ, ਨਾਏ ਦਾ ਮਤਲਬ ਹੁਕਮ। ਉਹ ਸੱਚੇ ਹੁਕਮ ਦੇ ਅੰਦਰ ਸਮਾ ਗਏ ਨੇ, ਤੇ ਜਿਹੜੇ ਸੱਚੇ ਹੁਕਮ ਵਿੱਚ ਸਮਾਏ ਨੇ ਨਾ, ਉਹ ਨਿਆਂ ਵੀ ਸੱਚਾ ਕਰਦੇ ਨੇ। ਮਨ ਬਚਨ ਔਰ ਕਰਮ ਕਰਕੇ ਉਹ ਸੱਚ ਦੇ ਧਾਰਨੀ ਨੇ। ਉਹ ਰੱਬ ਦੇ ਅੰਦਰ ਸਮਾ ਕੇ ਰੱਬ ਵਰਗੇ ਹੋ ਜਾਂਦੇ ਨੇ। ਤਾਂ
ਸਾਨੂੰ ਚਾਹੀਦਾ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਭਾਈ ਆਪ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ ਔਰ ਇਹਨਾਂ ਸਿਧਾਂਤਾਂ ਨੂੰ, ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੀਏ, ਇਹਨਾਂ ਤੇ ਅਮਲ ਕਰੀਏ। ਜੋ ਬਾਣੀ ਤੇ ਅਮਲ ਕਰੇਗਾ ਉਹ ਰੱਬ ਵਰਗਾ ਹੋ ਜਾਏਗਾ, ਤੇ ਜਿਹੜਾ ਭਾਈ ਅਮਲ ਨਹੀਂ ਕਰੇਗਾ ਉਹ ਮੇਰੀ ਵਾਂਗੂ ਗੱਲਾਂ ਤੇ ਜਿੰਨੀਆਂ ਮਰਜ਼ੀ ਕਰੀ ਜਾਏ ਤੇ ਗੱਲਾਂ ਦੇ ਨਾਲ ਕੁਝ ਬਣਨ ਵਾਲਾ ਨਹੀਂ। ਗੱਲ ਨਹੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ ਵਾਲੀ ਅਵਸਥਾ ਬਣੀ ਰਹੇਗੀ। ਇਸ ਲਈ ਅਸੀਂ ਬਾਣੀ ਤੇ ਆਪ ਅਮਲ ਕਰੀਏ, ਆਪਣੇ ਬੱਚਿਆਂ ਨੂੰ, ਪਰਿਵਾਰਾਂ ਨੂੰ ਇਹ ਚੀਜ਼ ਪ੍ਰਚਾਰੀਏ, ਪ੍ਰਸਾਰੀਏ ਔਰ ਇਸ ਸੰਸਾਰ ਨੂੰ ਅਸੀਂ ਸਵਰਗ ਬਣਾਉਣ ਦਾ ਯਤਨ ਕਰੀਏ। ਇਹ ਬਣੇਗਾ ਤਾਂ, ਹੋਏਗਾ ਤਾਂ ਜੇ ਅਸੀਂ ਸ਼ੁਰੂਆਤ ਆਪਣੇ ਤੋਂ ਕਰਾਂਗੇ। ਗੁਰੂ ਦੀ ਰਹਿਮਤ ਕਰਨ ਅਸੀਂ ਬਾਣੀ ਨੂੰ ਸਮਝ